ਗੁਰੂ ਨਾਨਕ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬਾਰ ਬਾਰ ਜਗਦੀਸਾ ਕੰਕਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ। ਨਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਤਬ ਬੰਦੋ ਚੜ ਉਤਰਿਓ ਸਿਹਰ ਖੰਡੋ ਗ੍ਰਾਮ। ਚਿੱਠੀ ਲਿਖੇ ਪੰਜਾਬ ਨੂੰ ਲੈ ਲੈ ਸਿੰਘਨ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਮਿਹਰਬਾਨ ਜਗਤ ਸਾਈਂ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਆਪ ਜੀ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸਮੂਹ ਮਾਈ ਭਾਈ ਗੁਰੂ ਚਰਨਾਂ 'ਚ ਜੁੜ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰਦੇ। ਚੱਲ ਰਹੇ ਗੁਰ ਇਤਿਹਾਸ ਦੀ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕਰ ਰਹੇ। ਖਾਲਸੇ ਦਾ ਇਤਿਹਾਸ ਹੈ।
ਇਹ ਸ਼ਾਨਾ ਮੱਤਾ ਮਾਨਾ ਮੱਤਾ ਇਤਿਹਾਸ ਹੈ। ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਵੀ ਇਹ ਸਾਡੇ ਪੁਰਖਿਆਂ ਦਾ ਸਾਡਾ ਇਤਿਹਾਸ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਬਾਂਗਰ ਦੇ ਇਲਾਕੇ 'ਚ ਪਹੁੰਚੇ ਨੇ। ਸੋਚਿਆ ਗੁਰੂ ਕੇ ਬਚਨ ਪਰਖ ਕੇ ਵੇਖੀਏ। ਸਤਿਗੁਰਾਂ ਨੇ ਕਿਹਾ ਸੀ ਕਿ ਜਦੋਂ ਕੋਈ ਕਾਮਨਾ ਹੋਵੇ 5 ਸਿੰਘ ਰਲ ਕੇ ਅਰਦਾਸ ਕਰਿਓ, ਕਾਮਨਾ ਪੂਰੀ ਹੋਵੇਗੀ। ਮਾਇਆ ਦੀ ਜ਼ਰੂਰਤ ਸੀ। 5 ਸਿੰਘਾਂ ਨੂੰ ਸੱਦ ਕੇ ਤਿਨਾਂ ਕੋਲੋਂ ਅਰਦਾਸ ਕਰਾਈ ਤੇ ਕੁਝ ਸਮੇਂ ਬਾਅਦ ਹੀ ਕੁਝ ਲੁਬਾਣੇ ਸਿੱਖ ਦਸਵੰਧ ਦੀ ਮਾਇਆ ਲੈ ਕੇ ਬਾਬਾ ਬੰਦਾ ਸਿੰਘ ਜੀ ਕੋਲ ਹਾਜ਼ਰ ਹੋ ਗਏ। ਸਤਿਗੁਰਾਂ ਦਾ ਇਹ ਪ੍ਰਤੱਖ ਪ੍ਰਤਾਪ ਵੇਖਿਆ। ਜੋ ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਮੈਂ ਖਾਲਸੇ ਵੇਚਾਂ, ਉਹ ਅੱਜ ਪ੍ਰਤੱਖ ਵੇਖ ਲਿਆ। ਖਾਲਸੇ ਦਾ ਔਰ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰੇਮ ਬਣ ਗਿਆ। ਕੈਂਥਲ ਤੋਂ ਕੈਂਥਲ ਦਾ ਫੌਜਦਾਰ 400 ਸਿਪਾਹੀ ਲੈ ਕੇ ਆਇਆ ਲੜਨ ਵਾਸਤੇ, ਪਰ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਉਹਨਾਂ ਦੇ ਘੋੜੇ ਸਿੰਘਾਂ ਕਾਬੂ ਕਰ ਲਏ। ਕੈਂਥਲ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤ ਪ੍ਰਾਪਤ ਕੀਤੀ। ਬਾਂਗਰ ਦੇ ਇਲਾਕੇ ਦੇ ਜਿਤਨੇ ਪਿੰਡ ਸੀ ਕੈਂਥਲ ਰਿਆਸਤ ਵਿੱਚ, ਕੈਂਥਲ ਦੇ ਪਰਗਣੇ ਵਿੱਚ ਆਉਣ ਵਾਲੇ, ਉਹ ਸਾਰੇ ਪਿੰਡ ਆਪਣੇ ਅਧੀਨ ਕਰ ਲਏ। ਬਾਬਾ ਜੀ ਚੱਲ ਕੇ ਹੁਣ ਦਿੱਲੀ ਦੇ ਨੇੜੇ ਸਿਹਰ ਖੰਡਾ ਨਾਮ ਦੇ ਨਗਰ ਨੇ, ਸਿਹਰ ਖੰਡਾ, ਉੱਥੇ ਪਹੁੰਚੇ ਨੇ। ਖਖਰੋੜ ਪਰਖਣਾ ਹੈ, ਪਰਗਣਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗੁਰੂ ਪੰਥ ਦਾ, ਗੁਰੂ ਖਾਲਸੇ ਦਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਨੂੰ, ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਬੰਦੋ ਚੜੇ ਉਤਰਿਓ ਸਿਹਰ ਖੰਡੋ ਗ੍ਰਾਮ। ਬਾਬਾ ਬੰਦਾ ਸਿੰਘ ਬਹਾਦਰ ਜੀ ਇਧਰੋਂ ਕੈਂਥਲ ਵਾਲੇ ਪਾਸਿਓਂ ਸਿਹਰ ਖੰਡਾ ਨਾਮਕ ਨਗਰ ਹੈ, ਦਿੱਲੀ ਤੋਂ ਤਕਰੀਬਨ ਨੇੜੇ ਹੀ ਪੈ ਜਾਂਦਾ, 30 ਕੋਹ ਦੀ ਵਾਟ ਤੇ ਦੱਸਿਆ ਜਾਂਦਾ ਹੈ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਾ ਕੇ ਨਿਸ਼ਾਨ ਗੱਡ ਲਏ। ਇੱਥੇ ਜਾ ਕੇ ਆਪਣਾ ਉਤਾਰਾ ਕੀਤਾ। ਚਿੱਠੀ ਲਿਖੇ ਪੰਜਾਬ ਨੂੰ ਲੈ ਲੈ ਸਿੰਘਨ ਨਾਮ। ਇੱਥੇ ਆ ਕੇ ਬਾਬਾ ਜੀ ਨੇ ਜਿਹੜੇ ਮੁਖੀ ਸਿੰਘ ਸੀ ਪੰਜਾਬ ਦੇ ਇਲਾਕੇ 'ਚ ਰਹਿਣ ਵਾਲੇ, ਉਹਨਾਂ ਸਿੰਘਾਂ ਦੇ ਨਾਂ ਤੇ ਚਿੱਠੀਆਂ ਲਿਖ ਕੇ ਭੇਜੀਆਂ। ਜਿਵੇਂ ਕਲਗੀਧਰ ਜੀ ਨੇ ਕਿਹਾ ਸੀ ਕਿ ਤੁਸੀਂ ਪੰਜਾਬ ਦੇ ਨੇੜੇ ਪਹੁੰਚ ਕੇ ਤੇ ਸਿੰਘਾਂ ਦੇ ਕੋਲ ਆਪਣੇ ਸੁਨੇਹੇ ਭੇਜ ਦੇਣੇ ਨੇ, ਸਿੰਘ ਤੁਹਾਨੂੰ ਆ ਮਿਲਣਗੇ। ਕੁਝ ਕਾਂ ਕੋਲ ਸਤਿਗੁਰਾਂ ਦੀਆਂ ਚਿੱਠੀਆਂ ਪਹੁੰਚ ਗਈਆਂ ਸਨ। ਕੁਝ ਕਾਂ ਬਾਰੇ ਬਾਬਾ ਬੰਦਾ ਸਿੰਘ ਜੀ ਨੂੰ ਦੱਸਿਆ ਸੀ। ਬਾਬਾ ਵਿਨੋਦ ਸਿੰਘ ਹੋਣੀ ਨਾਲ ਸਨ, ਉਹਨਾਂ ਨੂੰ ਪਤਾ ਸੀ। ਤੋ ਜਿਹੜੇ ਇਲਾਕਿਆਂ ਦੇ ਵਿੱਚ ਮੁਖੀ ਸਿੰਘ ਰਹਿਣ ਵਾਲੇ ਸਨ, ਭਾਵੇਂ ਉਹ ਦੁਆਬੇ ਦੇ ਸੀ, ਮਾਝੇ ਦੇ ਸੀ, ਮਾਲਵੇ ਦੇ ਸੀ ਜਾਂ ਇਹ ਪੁਆਧ ਦੇ ਇਲਾਕੇ ਦੇ ਸੀ, ਉਹਨਾਂ ਸਾਰੇ ਸਿੰਘਾਂ ਨੂੰ ਚਿੱਠੀਆਂ ਲਿਖ ਕੇ ਭੇਜੀਆਂ ਹਨ। ਚੌਪਈ ਤਬ ਬੰਦਿਓ ਲਿਖ ਫੁਰਮਾਇਓ। ਉਹਨਾਂ ਚਿੱਠੀਆਂ 'ਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਵੱਲੋਂ ਲਿਖਿਆ, ਆਪਣੇ ਵੱਲੋਂ ਬੇਨਤੀਨਾਮਾ ਕਹਿ ਸਕਦੇ ਹਾਂ। ਖਾਲਸੇ ਦੇ ਚਰਨਾਂ ਵਿੱਚ, ਸਿੰਘਾਂ ਦੇ ਚਰਨਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਭੇਜਿਆ। ਦੇਸ਼ ਲੈਨ ਗੁਰਮੋਰ ਪਠਾਇਓ। ਆਖਿਆ ਖਾਲਸਾ ਜੀ, ਇਸ ਦੇਸ਼ ਨੂੰ ਸਰ ਕਰਨ ਲਈ, ਪੰਜਾਬ ਦੀ ਇਸ ਸਰ ਜ਼ਮੀਨ ਨੂੰ ਫਤਿਹ ਕਰਨ ਲਈ
ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਥਾਪੜਾ ਦੇ ਕੇ ਭੇਜਿਆ ਹੈ। ਸਰਹੰਦੀਆਂ ਕੀ ਜੜ ਪੁੱਟਣ ਧਾਇਆ। ਮੈਂ ਆਇਆ ਹਾਂ ਸਰਹੰਦੀਆਂ ਦੀਆਂ ਜੜ੍ਹਾਂ ਪੁੱਟਣ ਵਾਸਤੇ। ਸਰਹੰਦ ਦੀਆਂ ਜੜ੍ਹਾਂ ਪੁੱਟ ਕੇ ਉਹਦੀਆਂ ਨੀਹਾਂ ਸਮੁੰਦਰ ਸਤਲੁਜ ਦਰਿਆ ਦੇ ਵਿੱਚ ਜਾ ਕੇ ਸੁੱਟਣ ਲਈ ਮੈਂ ਚੱਲ ਕੇ ਆਇਆ ਤੇ ਕਲਗੀਧਰ ਦਾ ਭੇਜਿਆ ਹੋਇਆ ਆਇਆ ਹਾਂ। ਪਰਬਤੀਨ ਕੋ ਮੈਂ ਮਾਰਨ ਆਇਆ। ਜਿਹੜੇ ਪਰਬਤੀਏ ਨੇ, ਪਹਾੜੀਏ ਨੇ, ਇਹਨਾਂ ਪਹਾੜੀਆਂ ਨੂੰ ਸੋਧਾ ਲਾਣ ਲਈ ਆਇਆ ਹਾਂ, ਇਹਨਾਂ ਨੂੰ ਮਾਰਨ ਲਈ ਆਇਆ ਹਾਂ। ਮੈਂ ਹੂੰ ਉਸੀ ਪੁਰਖ ਕੋ ਦਾਸਾ। ਮੈਂ ਉਸੇ ਪੁਰਖ ਦਾ ਦਾਸਾ ਹਾਂ, ਯਾਨੀ ਕਿ ਜਿਨ੍ਹਾਂ ਦੇ ਤੁਸੀਂ ਸਿੰਘ ਹੋ ਨਾ। ਬਾਜਾਂ ਵਾਲੇ ਚੋਜੀ ਪ੍ਰੀਤਮ ਕਲਗੀਧਰ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੈਂ ਉਸੇ ਪਰਮ ਪੁਰਖ ਦਾ ਦਾਸ ਹਾਂ। ਕਰਿਓ ਖਾਲਸਾ ਜਿਸੇ ਪ੍ਰਕਾਸ਼ਾ। ਜਿਨ੍ਹਾਂ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ, ਜਿਨ੍ਹਾਂ ਨੇ ਖਾਲਸਾ ਉਤਪੰਨ ਕੀਤਾ ਹੈ, ਮੈਂ ਉਸੇ ਦਾ ਦਾਸ ਹਾਂ। ਜਿਨ ਗੁਰ ਜੀ ਸੋ ਬੈਰ ਕਮਾਇਓ। ਇਸ ਕਰਕੇ ਜਿਨ੍ਹਾਂ ਵੈਰੀਆਂ ਨੇ ਸਤਿਗੁਰੂ ਜੀ ਨਾਲ ਵੈਰ ਕਮਾਇਆ ਹੈ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਨਾਲ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਘਰ ਨਾਲ ਮੱਥਾ ਲਾਇਆ, ਵੈਰ ਪਾਇਆ ਹੈ, ਬਦਲੋ ਲੈਣ ਤਿਸੇ ਮੈਂ ਆਇਓ। ਉਹਨਾਂ ਨੂੰ ਸੋਧਣ ਵਾਸਤੇ ਮੈਂ ਆਇਆ ਹਾਂ, ਉਹਨਾਂ ਜਰਵਾਣਿਆਂ ਨੂੰ ਦੰਡ ਦੇਣ ਵਾਸਤੇ ਪਹੁੰਚਿਆ ਹਾਂ। ਤਿੰਨ ਕੋ ਮੈਂ ਮਾਰ ਗਵਾਉ। ਉਹਨਾਂ ਨੂੰ ਜਾ ਕੇ ਮੈਂ ਸੋਧਾ ਲਾਵਾਂਗਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵੈਰ ਕਮਾਇਆ, ਜਿਨ੍ਹਾਂ ਨੇ ਕਲਗੀਧਰ ਦੇ ਬੱਚਿਆਂ ਨਾਲ ਵੈਰ ਕਮਾਇਆ। ਤੋ ਸਤਿਗੁਰ ਕੋ ਬੰਦਾ ਸਦਾਉ। ਜਦੋਂ ਤੱਕ ਉਹਨਾਂ ਨੂੰ ਮੈਂ ਮਾਰ ਕੇ ਸੋਧਾ ਨਹੀਂ ਲਾਉਂਦਾ, ਉਦੋਂ ਤੱਕ ਮੈਂ ਗੁਰੂ ਦਾ ਬੰਦਾ ਨਹੀਂ। ਮੈਂ ਗੁਰੂ ਦਾ ਬੰਦਾ ਤਦੇ ਸਦਾਵਾਂਗਾ ਜਦੋਂ ਗੁਰੂ ਕੇ ਦੋਖੀਆਂ ਨੂੰ, ਗੁਰੂ ਕੇ ਨਿੰਦਕਾਂ ਨੂੰ ਪਕੜ ਕੇ ਕੋਹ ਕੇ ਮਾਰਾਂਗਾ। ਯੋ ਪੁਨ ਖਾਲਸੇ ਲਿਖੀ ਅਰਦਾਸ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਚਿੱਠੀਆਂ ਦੇ ਵਿੱਚ ਲਿਖਿਆ, ਖਾਲਸੇ ਪੰਥ ਅੱਗੇ ਸਾਰੀਆਂ ਅਰਦਾਸਾਂ ਲਿਖੀਆਂ। ਭੇਜੇ ਜੋ ਗੁਰ ਨਿਜ ਸਿੱਖ ਖਾਸ। ਜਿਹੜੇ ਸਤਿਗੁਰੂ ਜੀ ਨੇ ਆਪਣੇ ਖਾਸ ਸਿੰਘ ਭੇਜੇ ਸੀ ਨਾ, ਬਾਬਾ ਵਿਨੋਦ ਸਿੰਘ ਬਾਜ ਸਿੰਘ ਹੋਣੀ, ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸਨ। ਜੋ ਸਤਿਗੁਰ ਸੋ ਸਿੱਖ ਹੋ ਸਾਬਤ। ਜਿਹੜੇ ਸਤਿਗੁਰਾਂ ਦੇ ਸਾਬਤ ਸਿੱਖ ਨੇ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕਲਗੀਧਰ ਜੀ ਦੇ ਲੇਖੇ ਲਾਇਆ। ਸਾਹਿਬਜ਼ਾਦੇ ਬਹਿਰੇ ਬਾਬਤ। ਔਰ ਜਿਹੜੇ ਜਾਣਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਜਿਹੜੇ ਵਿਰੋਧੀ ਨੇ, ਸਾਹਿਬਜ਼ਾਦਿਆਂ ਦੇ ਜਿਹੜੇ ਦੁਸ਼ਮਣ ਹਨ, ਆਏ ਦਿਓ ਬੰਦੇ ਕੋ ਸਾਥ। ਉਹਨਾਂ ਨੇ ਵੀ ਨਾਲ ਸਹੀ ਪਾ ਕੇ ਚਿੱਠੀ 'ਚ ਭੇਜਿਆ, ਆਖਿਆ ਖਾਲਸਾ ਜੀ, ਜਿਨ੍ਹਾਂ ਨੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀ ਦੁਸ਼ਮਣੀ, ਉਹਨਾਂ ਦਾ ਵੈਰ ਲੈਣਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ, ਉਹ ਸਾਰੇ ਆ ਕੇ ਰਲ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕਰੋ, ਇਹਨਾਂ ਦੀ ਸਹਾਇਤਾ ਕਰੋ। ਗੁਰ ਕੋ ਸਿੱਖ ਸੋ ਸਿੱਖਨ ਭਰਾਤ। ਜਿਹੜਾ ਗੁਰੂ ਕੇ ਸਿੱਖਾਂ ਦਾ ਭਰਾਤ ਹੈ, ਉਹ ਸਾਰੇ ਭਰਾ ਹਨ। ਦੋਹਰਾ ਜੋ ਖਾਲਸੇ ਮੈਂ ਆਰ ਲਿਓ, ਪਤਸ਼ਾਹੀਓਂ ਵੱਡਾ ਹੋਏ। ਇਹ ਵੀ ਲਿਖ ਕੇ ਭੇਜਿਆ ਕਿ ਜਿਹੜਾ ਖਾਲਸੇ ਵਿੱਚ ਆ ਕੇ ਰਲੇਗਾ, ਜਿਹੜਾ ਇਸ ਮੁਹਿੰਮ ਦੇ ਵਿੱਚ, ਜਿਹੜੀ ਮੁਹਿੰਮ ਤੇ ਬਾਬਾ ਬੰਦਾ ਸਿੰਘ ਜੀ ਆਏ ਨੇ, ਜਿਹੜੀ ਮੁਹਿੰਮ ਤੇ ਬਾਬਾ ਵਿਨੋਦ ਸਿੰਘ ਜੀ ਆਏ ਨੇ, ਜਿਹੜੀ ਮੁਹਿੰਮ ਤੇ ਬਾਬਾ ਬਾਜ ਸਿੰਘ ਜੀ ਆਏ ਨੇ, ਜਿਹੜੀ ਮੁਹਿੰਮ ਤੇ ਭਾਈ ਕਾਹਨ ਸਿੰਘ ਜੀ ਆਏ ਨੇ ਨਾਲ, ਜਿਹੜੇ ਇਸ ਮੁਹਿੰਮ 'ਚ ਸ਼ਾਮਲ ਹੋਣਗੇ ਖਾਲਸੇ ਦੇ ਵਿੱਚ। ਇੱਕ ਤਾਂ ਹੁੰਦੀ ਆ ਪਾਤਸ਼ਾਹੀ ਸੰਸਾਰ ਦੀ, ਕਹਿੰਦੇ ਉਹਨੂੰ ਪਾਤਸ਼ਾਹੀ ਤੋਂ ਵੀ ਵੱਡੀ ਵਡਿਆਈ ਪ੍ਰਾਪਤ ਹੋਵੇਗੀ। ਉਹ ਪਾਤਸ਼ਾਹੀਓਂ ਵੀ ਵੱਡਾ ਹੋ ਜਾਏਗਾ ਜਿਹੜਾ ਆ ਕੇ ਖਾਲਸੇ ਨਾਲ ਰਲੇਗਾ, ਖਾਲਸੇ ਨਾਲ ਮਿਲੇਗਾ। ਜੋ ਖਾਲਸੇ ਸੋ ਨੇ ਮਿਲੇ ਰਹਿ ਪਛਤਾਵਾ ਓਏ। ਜਿਹੜਾ ਇਸ ਵੇਲੇ ਖਾਲਸੇ ਨਾਲ ਨਾ ਰਲਿਆ, ਖਾਲਸੇ ਨਾਲ ਨਾ ਆ ਕੇ ਮਿਲਿਆ, ਉਹਨਾਂ ਦੇ ਮਨ ਵਿੱਚ ਪਛਤਾਵਾ ਹੀ ਰਹਿ ਜਾਏਗਾ ਬਾਅਦ ਵਿੱਚ ਕਿ ਅਸੀਂ ਖਾਲਸੇ ਦੇ ਵਿੱਚ ਆ ਕੇ ਕਿਉਂ ਨਹੀਂ ਰਲੇ। ਦੋਹਰਾ ਕਾਬਲ ਓ ਕੰਧਾਰ ਲੋ
ਨੱਠੇ ਪੱਖਰ ਦਾਏ। ਕਹਿੰਦੇ ਚਿੱਠੀਆਂ ਕੇਵਲ ਪੰਜਾਬ ਤੱਕ ਨਹੀਂ ਸਨ ਭੇਜੀਆਂ, ਇਹ ਚਿੱਠੀਆਂ ਕਾਬਲ ਵਿੱਚ ਬੈਠੇ ਸਿੱਖਾਂ ਤਾਈਂ ਵੀ ਪਹੁੰਚੀਆਂ, ਕੰਧਾਰ ਵਿੱਚ ਬੈਠੇ ਸਿੱਖਾਂ ਤਾਈਂ ਵੀ ਪਹੁੰਚੀਆਂ। ਪੱਖਰ ਤੇ ਸੱਖਰ ਦਾ ਇਲਾਕਾ ਜਿਹੜਾ ਹੈ, ਇੱਥੇ ਵੀ ਬਹੁਤ ਸਾਰੇ ਸਿੱਖ ਸਨ। ਆ ਗੁਜਰਾਤ ਦੀ ਜਿਹੜੀ ਹੱਦ ਲੱਗਦੀ ਆ ਪਰੇ ਲਹਿੰਦੇ ਪਾਕਿਸਤਾਨ ਵਾਲੇ ਪਾਸੇ ਨੂੰ, ਉਸ ਪਾਸੇ ਨਗਰ ਦੱਸੇ ਜਾਂਦੇ ਆ ਪੱਖਰ ਸੱਖਰ ਤੱਕ, ਉੱਥੇ ਵੀ ਚਿੱਠੀਆਂ ਭੇਜ ਦਿੱਤੀਆਂ ਗਈਆਂ ਹਨ। ਪੂਰਬ ਦੱਖਣ ਉੱਤਰ ਸੋਂ ਚਿੱਟੇ ਦਏ ਪਹੁੰਚਾਏ। ਪੂਰਬ ਦੱਖਣ ਉੱਤਰ ਤੇ ਪੱਛਮ ਚਾਰਾਂ ਦਿਸ਼ਾਵਾਂ ਦੇ ਵਿੱਚ ਚਿੱਠੀਆਂ ਭੇਜੀਆਂ ਗਈਆਂ ਹਨ। ਜੋ ਪਈ ਜੋ ਜੋ ਸਿੱਖਿਆ ਗੁਰ ਕੋ ਪੂਰੋ। ਲਿਖਿਆ ਸੀ ਚਿੱਠੀਆਂ ਵਿੱਚ, ਜਿਹੜਾ ਜਿਹੜਾ ਗੁਰੂ ਕਾ ਪੂਰਨ ਸਿੱਖ ਹੈ, ਜਿਹੜਾ ਕਲਗੀਧਰ ਪਾਤਸ਼ਾਹ ਤੇ ਪੂਰਨ ਯਕੀਨ ਤੇ ਭਰੋਸਾ ਰੱਖਦਾ ਹੈ, ਜਿਹੜਾ ਗੁਰੂ ਕੀ ਸਿੱਖੀ ਦਾ ਧਾਰਨੀ ਹੈ, ਸਜਾਦਨ ਬੈਰ ਲੈਨ ਓਇਓ ਜ਼ਰੂਰੋ। ਉਹ ਜ਼ਰੂਰ ਆਵੇ, ਕਿਉਂਕਿ ਇਹ ਜਿਹੜੀ ਮੁਹਿੰਮ ਹੈ, ਇਹ ਮੁਹਿੰਮ ਦੇ ਵਿੱਚ ਸਰਹੰਦ ਤੇ ਫਤਿਹ ਕਰਨੀ ਹੈ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ ਹੈ। ਇਸ ਮੁਹਿੰਮ ਵਿੱਚ ਜਿਹੜਾ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੂਰਨ ਸਿੱਖ ਹੈ, ਉਹ ਜ਼ਰੂਰ ਚੱਲ ਕੇ ਆਵੇ। ਜੋ ਜੀਵੇ ਗੋ ਸੋ ਪਾਉ ਗੋ ਰਾਜ। ਜਿਹੜਾ ਇਸ ਮੁਹਿੰਮ ਦੇ ਵਿੱਚ ਚੱਲ ਕੇ ਲੜ ਕੇ ਵੈਰੀ ਦਲ ਦੇ ਸੂਰਮਿਆਂ ਨਾਲ ਜੀਵੇਗਾ, ਉਹਨੂੰ ਰਾਜ ਭਾਗ ਪ੍ਰਾਪਤ ਹੋਣਗੇ, ਉਹਨੂੰ ਨਵਾਬੀਆਂ ਪਾਤਸ਼ਾਹੀਆਂ ਰਾਜ ਪ੍ਰਾਪਤ ਹੋਣਗੇ। ਜਾਓਗੋ ਮਰ ਹੋਊਗੋ ਅਗਲੋ ਕਾਜ। ਜੇ ਕੋਈ ਸ਼ਹੀਦੀ ਪਾਵੇਗਾ ਤਾਂ ਉਹਦਾ ਅਗਲਾ ਕੰਮ ਸਵਰ ਜਾਏਗਾ, ਉਹਦਾ ਪਰਲੋਕ ਸਵਰ ਜਾਏਗਾ। ਇਸ ਕਰਕੇ ਸਿੰਘੋ ਦੋਹਾਂ ਹੱਥਾਂ ਵਿੱਚ ਲੱਡੂ ਨੇ, ਜੇ ਜਿੱਤੋਗੇ ਜੀਵਤ ਰਹੋਗੇ, ਰਾਜ ਪ੍ਰਾਪਤ ਕਰੋਗੇ, ਤੇ ਜੇ ਸ਼ਹੀਦੀਆਂ ਪਾਵੋਗੇ ਤਾਂ ਪਰਲੋਕ ਦਾ ਸੁਖ ਪ੍ਰਾਪਤ ਹੋਵੇਗਾ। ਤੁਹਾਨੂੰ ਦੋਹਾਂ ਜਹਾਨਾਂ ਦਾ ਸੁਖ ਪ੍ਰਾਪਤ ਹੋਣਾ ਇਸ ਮੁਹਿੰਮ ਵਿੱਚ। ਇਸ ਕਰਕੇ ਜਿਹੜਾ ਜਿਹੜਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੂਰਨ ਸਿੱਖ ਹੈ, ਉਹ ਇਸ ਚਿੱਠੀ ਨੂੰ ਪੜ੍ਹਦਿਆਂ ਸਾਰ ਜ਼ਰੂਰ ਆਵੇ। ਐਸੀ ਭੇਜੀ ਲਿਖ ਅਰਦਾਸ। ਇਸ ਤਰ੍ਹਾਂ ਚਿੱਠੀਆਂ ਦੇ ਵਿੱਚ ਅਰਦਾਸ ਖਾਲਸੇ ਅੱਗੇ, ਸਿੰਘਾਂ ਅੱਗੇ ਲਿਖ ਕੇ ਭੇਜੀਆਂ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਵਿਨੋਦ ਸਿੰਘ ਹੋਣਾ ਨੇ। ਭੇਜੀ ਖਾਲਸੇ ਪਾਸ। ਖਾਲਸੇ ਨੇ ਖਾਲਸੇ ਕੋਲ ਚਿੱਠੀਆਂ ਭੇਜੀਆਂ ਨੇ ਨਾ, ਉਧਰ ਵੀ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ, ਵਿਨੋਦ ਸਿੰਘ ਹੋਣੀ, ਉਹ ਵੀ ਖਾਲਸੇ ਨੇ। ਜਿਨ੍ਹਾਂ ਨੂੰ ਚਿੱਠੀਆਂ ਭੇਜੀਆਂ ਨੇ ਉਹ ਵੀ ਖਾਲਸੇ ਨੇ। ਖਾਲਸੇ ਨੇ ਖਾਲਸੇ ਦੇ ਕੋਲ ਚਿੱਠੀਆਂ ਭੇਜੀਆਂ ਹਨ। ਯੋ ਸੁਨ ਖਾਲਸੇ ਸਿਰ ਪਰ ਧਰੀ। ਕਹਿੰਦੇ ਜਦੋਂ ਖਾਲਸੇ ਦੀਆਂ ਚਿੱਠੀਆਂ ਆਈਆਂ, ਬਾਬਾ ਬੰਦਾ ਸਿੰਘ ਬਹਾਦਰ, ਵਿਨੋਦ ਸਿੰਘ ਹੋਣਾ ਦੀਆਂ ਚਿੱਠੀਆਂ ਪਹੁੰਚੀਆਂ, ਉਹਨਾਂ ਚਿੱਠੀਆਂ ਨੂੰ ਪ੍ਰਾਪਤ ਕਰਨ ਵਾਲੇ ਜਿੰਨੇ ਸਿੰਘ ਸਨ, ਉਹਨਾਂ ਨੇ ਪਹਿਲਾਂ ਉਹ ਚਿੱਠੀਆਂ ਆਪਣੇ ਸਿਰ ਤੇ ਧਰੀਆਂ ਕਿ ਗੁਰੂ ਕੇ ਖਾਲਸੇ ਦੀ ਚਿੱਠੀ ਆਈ ਹੈ, ਗੁਰੂ ਕੇ ਪੰਥ ਦੀ ਚਿੱਠੀ ਆਈ ਹੈ। ਇਹ ਚਿੱਠੀ ਨਹੀਂ, ਇਹ ਹੁਕਮਨਾਮਾ ਹੈ ਗੁਰੂ ਕੇ ਖਾਲਸੇ ਦਾ। ਏਦਾਂ ਪਹਿਲਾਂ ਆਪਣੇ ਸਿਰ ਦੇ ਉੱਤੇ ਉਹਨਾਂ ਚਿੱਠੀਆਂ ਨੂੰ ਰੱਖਿਆ। ਤੁਰਤ ਰਲਨ ਕੀ ਤਿਆਰੀ ਕਰੀ। ਮੱਥਾ ਟੇਕ ਕੇ ਚਿੱਠੀਆਂ ਨੂੰ ਫਿਰ ਪੜ੍ਹਿਆ, ਪੜ੍ਹ ਕੇ ਉਸੇ ਵੇਲੇ ਝੱਟ ਤਿਆਰੀ ਕਰ ਲਈ ਰਲਣ ਵਾਸਤੇ ਕਿ ਜ਼ਰੂਰ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲਣਾ ਚਾਹੀਦਾ, ਬਾਬਾ ਵਿਨੋਦ ਸਿੰਘ ਹੋਣਾ ਦਾ ਸਾਥ ਦੇਣਾ ਚਾਹੀਦਾ। ਸਾਰੇ ਸਿੰਘ ਉਸੇ ਵੇਲੇ ਤਿਆਰ ਬਰ ਤਿਆਰ ਹੋ ਗਏ। ਜਿਸੇ ਸਿੱਖ ਪੈ ਖਰਚ ਨਾ ਹੋਏ। ਕਈ ਸਿੰਘ ਘਰੋਂ ਗਰੀਬ ਸਨ, ਖਰਚਾ ਨਹੀਂ, ਰਸਤੇ 'ਚ ਜਾਣ ਲਈ ਸਫ਼ਰ ਵਾਸਤੇ ਤਾਂ ਮਾਇਆ ਚਾਹੀਦੀ ਹੈ ਨਾ, ਰਸਤੇ 'ਚ ਜ਼ਰੂਰਤ ਪੈਂਦੀ ਹੈ, ਧਨ ਦੀ ਲੋੜ ਪੈਂਦੀ ਹੈ, ਲੰਗਰ ਗੱਫੇ ਦੀ ਲੋੜ ਪੈਂਦੀ ਹੈ, ਸਫ਼ਰ ਖਾਲੀ ਪੈ ਜੇਬ ਤਾਂ ਨਹੀਂ ਨਾ ਹੁੰਦਾ। ਤੋ ਸਿੰਘਾਂ ਦੇ ਕੋਲ ਕਈਆਂ ਕੋਲ ਮਾਇਆ ਦੀ ਕਮੀ ਸੀ। ਬਿਨਾ ਖਰਚ ਵੰਡ ਖਾਵੇ ਸੋਏ। ਹੁਣ ਉਹ ਬਿਨਾ ਖਰਚ ਤੋਂ ਔਖਾ ਹੋ ਰਿਹਾ ਕੰਮ। ਅਸਿੱਖ ਸਿੱਖਨ ਕੋ ਦੇਵੇ ਨਾਈ। ਹੁਣ ਉਹਨਾਂ ਲਈ ਜਦੋਂ ਸਮੱਸਿਆ ਬਣੀ ਵੀ ਹੁਣ ਮਾਇਆ ਚਾਹੀਦੀ ਹੈ ਜੇ ਸਫ਼ਰ ਕਰਨਾ, ਜਿਹੜੇ ਅਸਿੱਖ ਨੇ, ਆਸਿੱਖ, ਉਹ ਸਿੱਖਾਂ ਨੂੰ ਨਹੀਂ ਦਿੰਦੇ। ਉਹ ਕਹਿੰਦੇ ਤੁਹਾਡੇ ਕੋਲੋਂ ਕਿਹੜਾ ਸਾਡੇ ਕੋਲੋਂ ਮੋੜ ਹੋਣੇ ਆ, ਸਾਨੂੰ ਅਸੀਂ ਨਹੀਂ ਦੇਣੇ ਤੁਹਾਨੂੰ ਪੈਸੇ, ਨਾਲੇ ਤੁਸੀਂ ਲੈ ਕੇ ਗਏ ਖਬਰੇ ਤੁਸੀਂ ਮੁੜ ਕੇ ਆਉਣਾ ਕਿ ਨਹੀਂ ਆਉਣਾ, ਅਸੀਂ ਨਹੀਂ ਦੇਣਾ ਤੁਹਾਨੂੰ ਉਧਾਰ। ਏਦਾਂ ਨਾ ਕਰਦੇ ਹਨ। ਕਹੇ ਸਿੱਖ ਸਭ ਉਹਾਂ ਮਰਾਈ। ਕਹਿੰਦੇ ਤੁਸੀਂ ਤਾਂ ਸਾਰਿਆਂ ਉੱਥੇ ਮਰ ਜਾਣਾ, ਤੁਸੀਂ ਤਾਂ ਲੜਨ ਚੱਲੇ ਹੋ ਮੁਗਲਾਂ ਨਾਲ,
ਤੁਸੀਂ ਤਾਂ ਲੜਨ ਚੱਲੇ ਹੋ ਸਰਹੰਦ ਦੇ ਸੂਬੇਦਾਰ ਨਾਲ, ਤੁਸੀਂ ਕਿੱਥੇ ਆਉਣਾ ਜਿਉਂਦਿਆਂ ਵਾਪਸ? ਤੁਸੀਂ ਤਾਂ ਉੱਥੇ ਮਰ ਜਾਣਾ। ਅਸੀਂ ਕਿਹਦੇ ਕੋਲੋਂ ਆਪਣੀ ਰਕਮ ਲੈਣੀ ਹੈ? ਅਸੀਂ ਕਿਹਦੇ ਕੋਲੋਂ ਆਪਣੇ ਪੈਸੇ ਲੈਣੇ ਆ? ਇਹ ਕਹਿ ਕੇ ਜਿਹੜੇ ਅਸਿੱਖ ਨੇ ਨਾ, ਉਹ ਸਿੱਖਾਂ ਨੂੰ ਪੈਸੇ ਨਹੀਂ ਦਿੰਦੇ। ਦੋਹਰਾ ਹੱਥੀ ਪੈਰੀ ਪੈ ਲਵੇਂ, ਕਰ ਦੂਨੋਂ ਚੋਣ ਕਰਾਰੇ। ਫਿਰ ਸਿੰਘਾਂ ਨੇ ਤਾਂ ਠਾਨੀ ਹੋਈ ਸੀ ਵੀ ਜਾਣਾ ਹੀ ਜਾਣਾ। ਹੁਣ ਸ਼ਾਹੂਕਾਰਾਂ ਦੇ ਕੋਲ ਉਹ ਹੱਥ ਜੋੜ ਕੇ ਨਾ ਮਿੰਨਤਾਂ ਕਰਦੇ, ਕਹਿੰਦੇ ਬਈ ਤੁਹਾਡੇ ਅੱਗੇ ਤਰਲਾ ਹੈ, ਵਾਸਤਾ ਹੈ, ਸਾਡੇ ਕੋਲ ਜੋ ਹੈ ਤੁਸੀਂ ਗਹਿਣੇ ਰੱਖ ਲਓ, ਗਿਰਵੀ ਰੱਖ ਲਓ, ਤੇ ਅਸੀਂ ਤੁਹਾਨੂੰ ਦੁੱਗਣੇ ਕਰਕੇ ਮੋੜ ਦੇਵਾਂਗੇ ਵਾਪਸ ਆ ਕੇ। ਕੋਈ ਕਹਿੰਦਾ 4 ਗੁਣੇ ਕਰਕੇ ਮੋੜ ਦੇਵਾਂਗੇ। ਗੁਰੂ ਵਾਸਤੇ ਤਾਂ ਸਾਡਾ ਸਭ ਕੁਝ ਹੀ ਸਮਰਪਿਤ ਹੈ, ਇਹ ਤਾਂ ਕੁਝ ਵੀ ਨਹੀਂ। ਕਹਿੰਦੇ ਤੈਨੂੰ ਦੁੱਗਣੇ ਆ ਕੇ ਮੋੜਾਂਗੇ। ਕੋਈ ਕਹਿੰਦਾ 3 ਗੁਣਾ, ਕੋਈ ਕਹਿੰਦਾ 4 ਗੁਣਾ ਮੋੜਾਂਗੇ ਜਿੰਨੇ ਤੂੰ ਦੇਂਗਾ। ਬਸ ਇੱਕ ਵਾਰੀ ਸਾਡਾ ਕੰਮ ਜਿਹੜਾ ਉਹ ਡੰਗ ਟਪਾ ਦੇ, ਆ ਕੇ ਤੈਨੂੰ ਅਸੀਂ ਪੈਸੇ ਮੋੜਾਂਗੇ। ਜੀਵਤ ਆਵੇਂ ਆਏ ਦੇਵੇਂ, ਮੂਵੇ ਅਗਲੇ ਸੰਸਾਰ। ਨਾਲੇ ਵੀ ਕਹਿੰਦੇ ਜੇ ਤੁਹਾਨੂੰ ਖਦਸ਼ਾ ਨਾ ਵੀ ਅਸੀਂ ਵਾਪਸ ਨਹੀਂ ਆਉਣਾ, ਮਰ ਜਾਣਾ, ਜੇ ਜਿਉਂਦੇ ਆਏ ਤਾਂ 4 ਗੁਣਾ ਮੋੜਾਂਗੇ, ਤੇ ਜੇ ਨਾ ਆਏ ਤੇ ਅਸੀਂ ਬਚਨ ਕਰਦੇ ਆਂ ਵੀ ਅਗਲੀ ਦਰਗਾਹ ਵਿੱਚ ਤੁਹਾਡਾ ਹਿਸਾਬ ਕਿਤਾਬ ਪੂਰਾ ਕਰਾਂਗੇ। ਇਹ ਨਹੀਂ ਕਿ ਜੇ ਤੁਸੀਂ ਸਾਡੀ ਸੇਵਾ ਵਿੱਚ ਧਨ ਦਿਓਗੇ ਤੇ ਅਸੀਂ ਉਹ ਤੁਹਾਡਾ ਦੇਣਾ ਨਹੀਂ, ਉੱਥੇ ਨਿਰੰਕਾਰ ਦੀ ਦਰਗਾਹ ਵਿੱਚ ਵੀ ਤੁਹਾਡੇ ਦੇਣਦਾਰ ਹੋਵਾਂਗੇ। ਉੱਥੇ ਵੀ ਨਿਰੰਕਾਰ ਨੂੰ ਕਹਾਂਗੇ ਕਿ ਸਾਡੇ ਹਿੱਸੇ ਦੇ ਪੁੰਨ ਕਰਮਾਂ ਦਾ ਫਲ ਇਹਨਾਂ ਨੂੰ ਦੇ ਦਿਓ। ਸਿੰਘ ਬਚਨ ਕੇ ਸੂਰੇ ਹੁੰਦੇ ਐ, ਕੌਲ ਕੇ ਪੂਰੇ ਹੁੰਦੇ ਐ। ਇਹ ਨਹੀਂ ਕਿ ਬਚਨ ਕਰਕੇ ਖਿਸਕ ਜਾਣਾ, ਉਧਾਰੀ ਲੈਣ ਵੇਲੇ ਹੋਰ ਬਿਰਤੀ ਰੱਖਣੀ, ਕੌਲ ਕਰਕੇ ਕਿ ਭਾਈ ਆ ਦੇ ਦੇ, ਜਦੋਂ ਉਹਨੇ ਵਾਪਸ ਆ ਕੇ ਮੰਗਣੇ ਉਦੋਂ ਗਲ ਪੈਣਾ। ਇਦਾਂ ਦੀ ਬਿਰਤੀ ਦੇ ਬਹੁਤ ਲੋਕ ਮਿਲਦੇ ਐ ਸੰਸਾਰ ਵਿੱਚ। ਸਿੱਖ ਦਾ ਇਹੋ ਜਿਹਾ ਜੀਵਨ ਨਹੀਂ ਹੈ। ਜੋ ਲੈ ਲੈਂਦਾ ਉਹਦੇ ਅੰਦਰ ਚਿੰਤਾ ਰਹਿੰਦੀ ਆ, ਫਿਕਰ ਰਹਿੰਦਾ, ਭਾਈ ਇਹਦਾ ਮੋੜਨਾ, ਇੱਥੇ ਦੇ ਦਿਆਂਗਾ ਠੀਕ ਹੈ, ਨਹੀਂ ਤਾਂ ਅੱਗੇ ਵੀ ਦੇਣਾ ਪੈਣਾ। ਅੱਗੇ ਦੇਣ ਦੀ ਬਜਾਏ ਇੱਥੇ ਨਿਬੇੜਾ ਕਰਦੀ ਤਾਂ ਯੋਗ ਹੈ। ਸਿੰਘ ਕਹਿੰਦੇ 2 ਗੁਣਾ ਮੋੜਾਂਗੇ ਆ ਕੇ ਜੇ ਜਿਉਂਦੇ, 4 ਗੁਣਾ ਮੋੜਾਂਗੇ, ਜੇ ਨਾ ਆਏ ਸ਼ਹੀਦੀਆਂ ਪਾ ਕੇ ਤਾਂ ਸਾਡੀ ਬੇਵਸੀ ਹੋਣੀ ਆ ਭਰਾਵਾ। ਤੇ ਫਿਰ ਵੀ ਅਸੀਂ ਕੌਲ ਕਰਦੇ ਆਂ ਕਿ ਨਿਰੰਕਾਰ ਦੀ ਦਰਗਾਹ ਵਿੱਚ ਤੁਹਾਨੂੰ ਦੇਵਾਂਗੇ, ਉੱਥੇ ਤੁਹਾਡੇ ਦੇਣਦਾਰ ਹੋਵਾਂਗੇ। ਚੌਪਈ ਕਈ ਸਿੱਖ ਦੇਵੇਂ ਗੁਰ ਸਵਾਰਥ। ਹੁਣ ਕਈ ਸਿੱਖ ਵੀ ਘਰਾਂ ਚੋਂ ਸ਼ਾਹੂਕਾਰ ਸਨ, ਮਹਾਰਾਜ ਜੀ ਦੀ ਕਿਰਪਾ ਸੀ ਜਿਨ੍ਹਾਂ ਘਰਾਂ ਵਿੱਚ, ਉਹਨਾਂ ਨੇ ਨਿਰਸਵਾਰਥ ਹੋ ਕੇ ਉਹਨਾਂ ਆਖਿਆ ਤੁਸੀਂ ਦਿਓ ਨਾ ਦਿਓ ਸਾਡਾ ਵੀ ਫਰਜ਼ ਹੈ, ਕਿ ਗੁਰੂ ਪੰਥ ਦਾ ਸਾਂਝਾ ਕਾਰਜ ਹੈ, ਇਸ ਕਰਕੇ ਸਾਡੇ ਵੱਲੋਂ ਇਹ ਸੇਵਾ ਪਾ ਲਓ। ਏਦਾਂ ਨਿਰਸਵਾਰਥ ਹੋ ਕੇ ਬਹੁਤ ਸਾਰੇ ਸਿੱਖ ਦਿੰਦੇ ਹਨ। ਤਨ ਮਨ ਧਨ ਦੇਹੋ ਗੁਰੇ ਪਰਮਾਰਥ। ਉਹ ਕਹਿੰਦੇ ਪਰਮਾਰਥ ਵਾਸਤੇ ਅਸੀਂ ਆਪਣਾ ਤਨ ਮਨ ਧਨ ਗੁਰੂ ਨੂੰ ਸਮਰਪਿਤ ਕਰਦੇ ਹਾਂ। ਕਿਉਂਕਿ ਜੁਝਾਰੂ ਸਿੰਘ ਤਾਂ ਵਿਰਲੇ ਹੀ ਹੁੰਦੇ ਆ ਨਾ ਜਿਨ੍ਹਾਂ ਨੇ ਜਾ ਕੇ ਲੜਨਾ ਭਿੜਨਾ। ਸਾਰੇ ਗ੍ਰਸਤੀ ਤਾਂ ਨਹੀਂ ਸੀ ਨਾ ਜਾ ਸਕਦੇ ਜੰਗ ਦੇ ਵਿੱਚ, ਤੇ ਜਿਹੜੇ ਘਰਾਂ 'ਚ ਰਹਿ ਕੇ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਸਾਂਭਣ ਵਾਲੇ ਸਨ, ਜਾਂ ਜਿਹੜੇ ਕੇਵਲ ਵਪਾਰ ਕਰਨ ਵਾਲੇ ਸਨ, ਉਹਨਾਂ ਆਖਿਆ ਅਸੀਂ ਧਨ ਦੇਾਂਗੇ, ਸਾਡਾ ਤਨ ਮਨ ਧਨ ਸਭ ਗੁਰੂ ਦਾ ਹੈ, ਬਦਲੇ 'ਚ ਸਤਿਗੁਰੂ ਜੀ ਸਾਨੂੰ ਪਰਮਾਰਥ ਦੀ ਸੋਝੀ ਬਖਸ਼ਦੇ ਹਨ। ਮਝੈਲ ਰਸਤੋ ਜੋ ਸਿੱਧੋ ਤਕਾਵੇਂ। ਉਧਰ ਮਾਝੇ ਦੇ ਜਿਹੜੇ ਮਝੈਲ ਸਨ ਉਹਨਾਂ ਨੇ ਤਿਆਰੀ ਕੀਤੀ, ਤੇ ਉਹਨਾਂ ਵੇਖਿਆ ਵੀ ਜੇ ਸਿੱਧੇ ਰਸਤੇ ਜਾਂਦੇ ਆ ਸ਼ੇਰ ਖੰਡੇ, ਤੇ ਰਸਤੇ ਵਿੱਚ ਸਰਹੰਦ ਆਉਂਦਾ, ਉਹ ਲੰਘਣ ਨਹੀਂ ਦਿੰਦਾ ਸਰਹੰਦ ਵਾਲਾ, ਉੱਥੇ ਸੂਬੇ ਸਰਹੰਦ ਨਾਲ ਟੱਕਰ ਹੋ ਸਕਦੀ ਹੈ। ਜੇ ਉਧਰੋਂ ਰੋਪੜ ਵਾਲੇ ਪਾਸਿਓਂ ਦੀ ਲੰਘਦੇ ਆ ਤਾਂ ਉਧਰ ਪਠਾਨ ਨੇ, ਉਹਨਾਂ ਦੇ ਕੋਲ ਜਾਣ ਵਾਸਤੇ ਸਮੱਸਿਆ ਬਣ ਗਈ ਜਿਹੜੇ ਮਾਝੇ ਦੇ ਸਿੰਘ ਸੀ, ਕਿ ਉਹ ਹੁਣ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲਣ। ਤੁਰਕ ਫੌਜ ਬੋ ਰਹਾ ਰੁਕਾਵੇਂ। ਰਸਤੇ ਵਿੱਚ ਤੁਰਕਾਂ ਦੀਆਂ ਫੌਜਾਂ ਦੀਆਂ ਛਾਵਣੀਆਂ ਪੈ ਗਈਆਂ, ਚੌਂਕੀਆਂ ਲੱਗ ਗਈਆਂ, ਪਤਾ ਲੱਗ ਗਿਆ ਵੀ ਸਿੰਘ ਇਕੱਠੇ ਹੋ ਰਹੇ ਨੇ ਬੰਦੇ ਬਹਾਦਰ ਕੋਲ। ਉਹਨਾਂ ਨੇ ਛਾਵਣੀਆਂ ਪਾ ਲੀਆਂ, ਰਸਤੇ 'ਚ ਰੋਕਣ ਲੱਗ ਪਏ। ਸਿੰਘਾਂ ਨੇ ਵੇਖਿਆ ਕਿ ਇਹਨਾਂ ਨੇ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਰਸਤੇ 'ਚ ਰੋਕ ਲੈਣਾ। 5-5, 10-10, 20-20 ਸਿੰਘ ਇਕੱਠੇ ਹੋ ਕੇ ਚੱਲ ਰਹੇ ਸੀ, ਉਹਨਾਂ ਲਈ ਔਖਾ ਹੋ ਗਿਆ ਜਾਣਾ। ਪਹਿਲੋਂ ਸਿੰਘ ਬਨਜਾਰੇ ਰਲੇ। ਕਈ ਸਿੰਘ ਤਾਂ ਵਣਜਾਰੇ ਨਹੀਂ ਹੁੰਦੇ, ਪਿੰਡਾਂ ਦੇ ਵਿੱਚ ਗੱਡੇ ਲੈ ਕੇ
ਫਿਰਦੇ ਹੁੰਦੇ ਵਪਾਰ ਕਰਨ ਲਈ। ਕੁਝ ਕੁ ਤਾਂ ਪਹਿਲੇ ਉਹਨਾਂ ਨਾਲ ਰਲ ਕੇ ਥੋੜੇ ਬਹੁਤੇ ਨਿਕਲ ਵੀ ਗਏ ਬਾਬਾ ਬੰਦਾ ਸਿੰਘ ਬਹਾਦਰ ਤਾਈਂ, ਪਰ ਉਹ ਬਣਜਾਰਿਆਂ ਨਾਲ ਵੀ ਕਿੰਨੇ ਕੁ ਨਿਕਲਦੇ, ਕੁਝ ਰਹਿ ਗਏ। ਫੜ ਹੱਥ ਬਰਛੇ ਬੈਲ ਲੱਦ ਪਲੇ, ਕਈਆਂ ਨੇ ਬਲਦ ਲੱਦ ਲਏ, ਬਰਛੇ ਫੜ ਲਏ ਹੱਥਾਂ ਦੇ ਵਿੱਚ, ਬਣਜਾਰਿਆਂ ਦਾ ਰੂਪ ਬਣਾ ਕੇ ਚੱਲ ਪਏ। ਮਾਲਵੇ ਉਹਾਂ ਥਾਂ ਨੇੜੇ ਦੇਸ, ਹੁਣ ਜਿਹੜੇ ਮਾਲਵੇ ਦੇ ਸਿੰਘ ਸੀ ਇਹ ਬੰਦੇ ਬਹਾਦਰ ਦੇ ਨੇੜੇ ਪੈ ਜਾਂਦੇ ਸੀ। ਇਧਰੋਂ ਮਾਲਵੇ ਦੇ ਇਲਾਕੇ ਦੇ ਵਿੱਚੋਂ ਮਾਝੇ ਵਾਲੇ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਲਾਹੌਰ ਤੋਂ, ਗੁਰਦਾਸਪੁਰ ਤੋਂ ਉਧਰੋਂ ਜਿਹੜੇ ਆਉਣੇ ਸੀ ਉਹਨਾਂ ਲਈ ਆਉਣਾ ਔਖਾ ਸੀ, ਪਰ ਇਧਰੋਂ ਜਿਹੜੇ ਮਾਲਵੇ ਦੇ ਸਿੰਘ ਸਨ ਇਹਨਾਂ ਲਈ ਜਾਣਾ ਸੌਖਾ ਸੀ, ਇਹ ਨੇੜੇ ਸਨ। ਓਏ ਪੀ ਮਿਲੇ ਹੋਏ ਬੰਦੇ ਪੇਸ਼, ਮਾਲਵੇ ਦੇ ਬਹੁਤ ਸਾਰੇ ਜਿਹੜੇ ਸਿੰਘ ਸਨ ਇਹ ਬਿਨਾਂ ਦੇਰੀ ਤੋਂ ਜਿੰਨਾ ਛੇਤੀ ਹੋ ਸਕਿਆ ਸਿਰ ਖੜੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਖਾਲਸੇ ਨੂੰ ਜਾ ਮਿਲੇ। ਉਹ ਜੋ ਸਿੰਘ ਮਦ ਮਾਝੇ ਪੰਜਾਬੇ, ਤੇ ਜਿਹੜੇ ਮਾਝੇ ਦੇ ਇਲਾਕੇ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ, ਲਾਹੌਰ ਦੇ ਨੇੜੇ ਤੇੜੇ ਦੇ ਇਸ ਪਾਸੇ ਰਹਿਣ ਵਾਲੇ ਸਿੰਘ ਸਨ, ਤੁਰਕਨ ਲੰਗਨ ਮਦ ਬਹੁਤ ਖਰਾਬੀ, ਉਹਨਾਂ ਨੂੰ ਰਸਤੇ 'ਚ ਤੁਰਕਾਂ ਦੀ ਰੋਕ ਸੀ, ਜਲੰਧਰੋਂ ਨਹੀਂ ਸੀ ਲੰਘਣ ਦਿੰਦੇ। ਅੱਗੇ ਸਰਹੰਦ ਤੇ ਛਾਵਣੀਆਂ ਪਈਆਂ ਹੋਈਆਂ ਸੀ, ਉਹਨਾਂ ਨੂੰ ਲੰਘਣ ਵਾਸਤੇ ਔਖਾ ਸੀ। ਬੰਦ ਜਥਾ ਵੱਲ ਪਰਬਤ ਸਿਧਾਏ, ਫਿਰ ਉਹਨਾਂ ਨੇ ਕੀ ਕੀਤਾ ਵੀ ਕਿਸੇ ਤਰੀਕੇ ਨਿਕਲਣਾ ਤਾਂ ਹੈ, ਘਰੋਂ ਨਿਕਲੇ ਆ। ਮਾਝੇ ਦੇ ਜਿਹੜੇ ਸਿੰਘ ਸਨ ਉਹਨਾਂ ਨੇ ਪਹਾੜ ਵਾਲਾ ਪਾਸਾ ਤੱਕਿਆ, ਇਧਰਲੇ ਪਾਸੇ ਆਉਣ ਦੀ ਬਜਾਏ ਉਹਨਾਂ ਆਖਿਆ ਪਹਾੜ ਵਾਲੇ ਪਾਸੇ ਨੂੰ ਜਾਵਾਂਗੇ ਤੇ ਪਹਾੜੋਂ ਪਹਾੜੀ ਹੁੰਦਿਆਂ ਕੋਈ ਰਸਤਾ ਮਿਲ ਜਾਏ ਤੇ ਉਧਰੋਂ ਨਿਕਲ ਜਾਵਾਂਗੇ। ਤਾਂ ਉਹ ਸਿੰਘ ਪਹਾੜ ਵਾਲੇ ਪਾਸੇ ਨੂੰ ਆਏ, ਬੇਲੋਂ ਓਲੇ ਪਰਬਤ ਤਕਾਏ, ਉਹਨਾਂ ਨੇ ਜੰਗਲਾਂ ਦੇ ਓਲੇ ਓਲੇ ਹੋ ਕੇ ਚੱਲਣਾ, ਪਹਾੜੀ ਰਸਤਾ ਜਿਹੜਾ ਉਹ ਅਪਣਾਇਆ। ਇਮਕਰ ਕੀਰਤਪੁਰ ਵਾਲੇ ਆਏ, ਗੱਲ ਕਿ ਕਿਸੇ ਨਾ ਕਿਸੇ ਤਰੀਕੇ ਉਹ ਜਿੰਨੇ ਮਾਝੇ ਦੇ ਸਿੰਘ ਸੀ ਉਹ ਕੀਰਤਪੁਰ ਸਾਹਿਬ ਪਹੁੰਚ ਗਏ। ਕੁਝ ਇੱਕਾ ਦੁੱਕਾ ਸਿੰਘ ਵਣਜਾਰਿਆਂ ਨਾਲ ਰਲ ਕੇ ਕੋਈ ਭੇਸ ਵਟਾ ਕੇ ਕਿਸੇ ਤਰੀਕੇ ਪਹੁੰਚ ਗਏ, ਪਰ ਬਹੁਤੇ ਸਿੰਘ ਜਿਹੜੇ ਸਨ ਉਹ ਇਕੱਠੇ ਕੀਰਤਪੁਰ ਸਾਹਿਬ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਨਗਰੀ, ਗੁਰੂ ਹਰ ਰਾਏ ਸਾਹਿਬ ਦੀ ਭਾਗਾਂ ਲਾਈ ਨਗਰੀ ਕੀਰਤਪੁਰ ਸਾਹਿਬ ਵਿਖੇ ਆ ਪਹੁੰਚੇ। ਅੱਗੇ ਰੋਪੜੋਂ ਲੰਘਣ ਨਾ ਪਾਏ, ਹੁਣ ਅੱਗੇ ਰੋਪੜ ਵਾਲੇ ਪਠਾਨ ਸੀ ਉਹ ਲੰਘਣ ਨਹੀਂ ਸੀ ਦਿੰਦੇ, ਪਰਲੇ ਪਾਸਿਓਂ ਦੁਆਬੇ ਵਾਲੇ ਪਾਸਿਓਂ ਆ ਗਏ ਕੀਰਤਪੁਰ ਸਾਹਿਬ ਸਿੰਘ, ਪਰ ਇਧਰੋਂ ਜਿਹੜੇ ਰੋਪੜ ਵਾਲੇ ਇਹਨਾਂ ਨੇ ਰਾਹ ਰੋਕ ਲਿਆ। ਸਿੰਘਾਂ ਆਖਿਆ ਵੀ ਚਲੋ ਰੋਪੜ ਤੋਂ ਨਿਕਲ ਕੇ ਇਧਰੋਂ ਖਰੜ ਤੇ ਬਨੂੜ ਵਾਲੇ ਪਾਸਿਓਂ ਹੁੰਦਿਆਂ ਜਾ ਪਹੁੰਚਾਂਗੇ ਬੰਦੇ ਬਹਾਦਰ ਕੋਲ। ਇਧਰੋਂ ਸਰਹੰਦ ਜਿਹੜਾ ਸੀ ਉਹਨਾਂ ਨੇ ਪਰਲੇ ਪਾਸੇ ਸਰਹੰਦ ਵਜਾ ਆਉਣ ਦੀ ਬਜਾਏ, ਕਿਉਂਕਿ ਸਰਹੰਦ ਵਿੱਚ ਜ਼ਿਆਦਾ ਵੱਡੀ ਰੁਕਾਵਟ ਸੀ, ਉਧਰੋਂ ਜਾਣ ਦੇ ਵਾਸਤੇ ਉਹਨਾਂ ਨੇ ਉਸ ਪਾਸੇ ਰਾਹ ਤੱਕਿਆ, ਪਰ ਅੱਗੇ ਰੋਪੜ ਵਾਲੇ ਪਠਾਣਾ ਨੇ ਮੋਰਚੇ ਲਾ ਲਏ ਵੀ ਜੇ ਇੱਥੋਂ ਲੰਘਣਗੇ ਅਸੀਂ ਰੋਕਾਂਗੇ। ਇਸ ਤਰ੍ਹਾਂ ਕੀਰਤਪੁਰ ਸਾਹਿਬ ਸਿੰਘ ਜਿਹੜੇ ਸਨ ਉਹ ਅੜ ਗਏ, ਰੁਕ ਗਏ। ਉਹਾਂ ਡੇਰਾ ਦਿਓ ਲਗਾਈ, ਉੱਥੇ ਹੀ ਹੁਣ ਕੀਰਤਪੁਰ ਸਾਹਿਬ ਸਿੰਘਾਂ ਨੇ ਡੇਰਾ ਲਾ ਲਿਆ। ਸੋ ਬੰਦੇ ਪੈ ਖਬਰ ਪਹੁੰਚਾਈ, ਹੁਣ ਸਿੰਘਾਂ ਨੇ ਆਪਣੀ ਸਮੱਸਿਆ ਜਿਹੜੀ ਸੀ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਖ ਕੇ ਭੇਜੀ। ਬੰਦਾ ਸਿੰਘ ਜੀ ਉਡੀਕ ਕਰ ਰਹੇ ਸੀ, ਸ਼ੇਰ ਖੰਡੇ ਕੇ ਸਿੰਘ ਆਉਣ ਸਾਰੇ। ਮਾਲਵੇ ਦੇ ਸਿੰਘ ਜਾ ਰਹੇ ਸਨ, ਮਾਝੇ ਵਾਲੇ ਜਿਹੜੇ ਨੇ ਉਹ ਰਸਤੇ ਵਿੱਚ ਕੀਰਤਪੁਰ ਸਾਹਿਬ ਅਟਕ ਗਏ। ਉਹਨਾਂ ਨੇ ਆਪਣੀ ਸਾਰੀ ਸਮੱਸਿਆ ਲਿਖ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਭੇਜੀ। ਬੰਦੇ ਕਯੋ ਰਹੋ ਡੇਰਾ ਲਾਏ, ਬਾਬਾ ਬੰਦਾ ਸਿੰਘ ਜੀ ਨੇ ਵਿਉਂਤਬੰਦੀ ਸਾਰੀ ਬਣਾਈ ਹੋਈ ਸੀ ਸਿੰਘਾਂ ਨਾਲ ਰਲ ਕੇ ਵੀ ਕਿਵੇਂ ਹਮਲਾ ਕਰਨਾ, ਸਰਹੰਦ ਤੇ ਕਿਵੇਂ ਕਬਜ਼ਾ ਕਰਨਾ। ਉਹਦੇ ਲਈ ਸਾਰੀ ਵਿਉਂਤਬੰਦੀ ਕਰਨ ਤੋਂ ਬਾਅਦ ਉਹਨਾਂ ਨੇ ਸੁਨੇਹਾ ਭੇਜਿਆ ਮਾਝੇ ਦੇ ਸਿੰਘਾਂ ਨੂੰ ਕਿ ਤੁਸੀਂ ਕਿਸੇ ਤਰੀਕੇ ਕੀਰਤਪੁਰ ਸਾਹਿਬ ਹੀ ਬੈਠੇ ਰਹੋ, ਤੁਸੀਂ ਉੱਥੋਂ ਅੱਗੇ ਨਹੀਂ ਆਉਣਾ, ਕਿਉਂਕਿ ਤੁਹਾਡਾ ਨੁਕਸਾਨ ਕਰਨਗੇ। ਅੱਗੇ ਰੋਪੜ ਦੇ ਪਠਾਨ ਨੇ, ਫਿਰ ਸਰਹੰਦ ਦੀ ਫੌਜ ਹੈ, ਇਸ ਕਰਕੇ ਤੁਸੀਂ ਜਿੰਨਾ ਚਿਰ ਮੈਂ ਨਾ ਕਹਾਂ ਉਦਾਂ ਦੇਰ ਤੱਕ ਕੀਰਤਪੁਰ ਸਾਹਿਬ ਵਿਖੇ ਆਪਣਾ ਪੜਾ ਰੱਖਣਾ ਹੈ। ਹਮ ਆ ਨੇੜੇ ਲਹੀ ਮਿਲਾਏ, ਜਦੋਂ ਮੈਂ ਤੁਹਾਡੇ ਨੇੜੇ ਆਵਾਂਗਾ ਉਧਰ ਤੇ ਮੈਂ ਤੁਹਾਨੂੰ ਆਪਣੇ ਨਾਲ ਮਿਲਾ ਲਵਾਂਗਾ, ਤੁਹਾਨੂੰ ਆਪਣੇ ਨਾਲ ਰਲਾ ਲਵਾਂਗਾ। ਸੋ ਬਾਤ ਖਾਲਸੇ ਮੰਨ ਲਈ, ਮਾਝੇ ਦੇ ਜਿਹੜੇ ਸਿੰਘ ਕੀਰਤਪੁਰ ਸਾਹਿਬ ਇਕੱਠੇ ਸਨ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਹ ਗੱਲ ਮੰਨ ਲਈ। ਤੇ ਬਾਬਾ ਜੀ ਨੇ ਵੀ ਸੋਚਿਆ ਕਿ ਜਦੋਂ ਇੱਧਰ ਬਨੂੜ ਦੇ ਇਲਾਕੇ ਨੂੰ ਮਾਰਦੇ ਸਰਹੰਦ ਦੇ ਨੇੜੇ ਜਾਵਾਂਗੇ ਤਾਂ ਫਿਰ ਉਧਰ ਉਹਨਾਂ ਸਿੰਘਾਂ ਨੂੰ ਵੀ ਸੱਦ ਲਵਾਂਗੇ, ਨੇੜੇ ਚਲੇ ਜਾਵਾਂਗੇ।
ਇਸ ਵਿਉਂਤਬੰਦੀ ਕੇ ਸਰਹੰਦ ਤੇ ਹਮਲਾ ਕਰਨ ਤੋਂ ਪਹਿਲਾਂ ਉਹਨਾਂ ਸਿੰਘਾਂ ਨੂੰ ਨਾਲ ਰਲਾਣਾ ਹੈ। ਇਹ ਵਿਉਂਤਬੰਦੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਣਾ ਲਈ ਸੀ। ਤੋ ਖਾਲਸੇ ਨੇ ਸਾਰੀ ਗੱਲਬਾਤ ਬਾਬਾ ਜੀ ਦੀ ਮੰਨ ਲਈ। ਰਹਿਓ ਉਹਾਂ ਦਿਨ ਖਾਲਸੇ ਕਈ। ਏਦਾਂ ਕਈ ਦਿਨ ਖਾਲਸਾ, ਕਈ ਮਹੀਨੇ ਹੀ ਕਹਿ ਸਕਦੇ ਆ, ਉਹ ਸਿੰਘ ਜਿਹੜੇ ਸਨ ਕੀਰਤਪੁਰ ਸਾਹਿਬ ਰੁਕੇ ਰਹੇ। ਦੋਹਰਾ ਅੰਮ੍ਰਿਤਸਰ ਤੋਂ ਚਲਤ ਲੋ, ਉਹ ਬਹੇ ਜੋ ਵਿੱਚ ਪਹਾੜੇ। ਕਹਿੰਦੇ ਸਿੰਘ ਅੰਮ੍ਰਿਤਸਰ ਸਾਹਿਬ ਤੋਂ, ਕਿਉਂਕਿ ਜਿੰਨੇ ਸਿੰਘ ਮਾਝੇ ਤੋਂ ਆਉਂਦੇ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਦੇ, ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਦਰਬਾਰ 'ਚ ਨਮਸਕਾਰ ਕਰਕੇ ਫਿਰ ਚੱਲਦੇ। ਉਹ ਚੱਲ ਕੇ ਆਉਂਦੇ ਅੱਗੇ ਪਹਾੜ 'ਚ ਕੀਰਤਪੁਰ ਸਾਹਿਬ। ਏਦਾਂ ਰੋਜ਼ ਦਿਨ ਪ੍ਰਤੀ ਦਿਨ ਸਿੰਘਾਂ ਦੀ ਗਿਣਤੀ, ਕਦੇ 5 ਸਿੰਘ ਆ ਗਏ, ਕਦੇ 10 ਆ ਗਏ, ਕਦੇ 20 ਆ ਗਏ। ਏਦਾਂ ਸਿੰਘਾਂ ਦੀ ਗਿਣਤੀ ਵਧਣ ਲੱਗੀ। ਕਿਸ਼ੋਰ ਸਿੰਘ ਰੋੜਾ ਹੋ ਤੋ ਤਿੰਨ ਦੀਨੋਂ ਖਰਚ ਵਿਚਾਰੇ। ਸਿੰਘ ਇੱਥੇ ਰਹਿ ਤੇ ਰਹੇ ਨੇ, ਉਹਨਾਂ ਦੇ ਖਰਚ ਪਰਚ ਦਾ ਵੀ ਤਾਂ ਔਖਾ ਹੈ ਨਾ। ਲੰਗਰ ਪ੍ਰਸ਼ਾਦੇ ਦਾ ਪ੍ਰਬੰਧ, ਸਿੰਘਾਂ ਦੇ ਰਸਤਾ ਬਸਤਾਂ ਦੇ ਵੀ ਤਾਂ ਖਰਚੇ ਹਨ। ਉਹਦੇ ਵਾਸਤੇ ਇੱਕ ਗੁਰੂ ਘਰ ਦੇ ਪਿਆਰੇ ਸਿੰਘ ਸਨ ਭਾਈ ਸਾਹਿਬ, ਭਾਈ ਪਿਸ਼ੋਰਾ ਸਿੰਘ ਜੀ ਅਰੋੜਾ ਖੱਤਰੀ। ਅਰੋੜਾ ਇਹਨਾਂ ਦਾ ਖੱਤਰੀਆਂ ਦਾ ਵਰਨ ਸੀ, ਔਰ ਭਾਈ ਪਿਸ਼ੋਰਾ ਸਿੰਘ ਜੀ ਇਹਨਾਂ ਦਾ ਨਾਂ ਸੀ। ਇਹਨਾਂ ਨੇ ਖਾਲਸੇ ਦੇ ਜਿੰਨੇ ਖਰਚੇ ਦੀ ਜਿਹੜੀ ਸੇਵਾ ਸੀ ਲੰਗਰ ਪ੍ਰਸ਼ਾਦੇ ਦੀ, ਕੀਰਤਪੁਰ ਸਾਹਿਬ ਵਿਖੇ ਜਿਹੜੇ ਸਿੰਘ ਸਨ ਉਹਨਾਂ ਦੀ ਸੇਵਾ ਇਹ ਭਾਈ ਪਿਸ਼ੋਰਾ ਸਿੰਘ ਜੀ ਕਰਦੇ ਰਹੇ। ਚੌਪਈ ਸਰਹੰਦ ਟਿਗ ਇੱਕ ਸਿਲੋਦੀ ਗ੍ਰਾਮ। ਖਾਲਸਾ ਜੀ ਹੁਣ ਇੱਕ ਹੋਰ ਪ੍ਰਸੰਗ ਜੋ ਸੂਬੇ ਸਰਹੰਦ ਦੇ ਨੇੜੇ ਘਟਿਆ। ਆ ਸਰਹੰਦ ਦੇ ਨੇੜੇ ਹੀ ਇੱਕ ਨਗਰ ਹੈ ਸਲੋਦੀ। ਸਰਹੰਦ ਤੋਂ 10 ਕੋ ਉੱਤਰ ਵਾਲੇ ਪਾਸੇ ਹੈ, ਤੇ ਆਮ ਕਰਕੇ ਹੁਣ ਸਲੋਦੀ ਸਿੰਘਾਂ ਦੀ ਵੀ ਕਹਿ ਦਿੰਦੇ ਆ ਇਹਨੂੰ। ਤੇ ਇਹ ਸਲੋਦੀ ਪਿੰਡ ਜੋ ਸਰਹੰਦ ਤੋਂ ਤਕਰੀਬਨ 10 ਕੋਹ ਦੀ ਵਾਟ ਤੇ ਹੈ। ਉਤੇ ਉਹਾਂ ਸਿੰਘਨ ਕੇ ਤਾਮ। ਇੱਥੇ ਸਿੰਘਾਂ ਦੇ ਘਰ ਸੀ ਇਸ ਪਿੰਡ 'ਚ, ਇਸ ਕਰਕੇ ਸਲੌਦੀ ਸਿੰਘਾਂ ਵਾਲੀ ਵੀ ਕਹਿ ਦਿੰਦੇ ਆ ਇਸ ਨੂੰ। ਤਿੰਨ ਮੈਂ ਇੱਕ ਆਲੀ ਸਿੰਘ ਨਾਮ। ਇਸ ਨਗਰ ਦੇ ਵਿੱਚ 2 ਗੁਰੂ ਕੇ ਲਾਲ ਸਨ। ਇੱਕ ਦਾ ਨਾਂ ਸੀ ਭਾਈ ਆਲੀ ਸਿੰਘ ਤੇ ਦੂਜੇ ਦਾ ਨਾਂ ਸੀ ਭਾਈ ਮਾਲੀ ਸਿੰਘ। ਇਹ ਸਾਰੀ ਜ਼ਿੰਦਗੀ ਤਾ ਉਮਰ ਬਾਬਾ ਬੰਦਾ ਸਿੰਘ ਬਹਾਦਰ ਦੇ ਵਫਾਦਾਰ ਰਹੇ ਨੇ। ਦੋਵੇਂ ਭਰਾ ਬੜੇ ਯੋਧੇ ਸੀ। ਆਲੀ ਸਿੰਘ ਕਹਿੰਦੇ ਇਹਨਾਂ ਵਿੱਚੋਂ ਵੱਡਾ ਸੀ। ਚਾਕਰੀ ਕਰਤ ਵਜ਼ੀਰੇ ਤਾਮ। ਖਾਲਸਾ ਜੀ ਉਹਨਾਂ ਦਿਨਾਂ ਵਿੱਚ ਸਿੰਘ ਕਿਉਂਕਿ ਪਰਿਵਾਰਾਂ ਦੇ ਗੁਜ਼ਾਰੇ ਕਰਨ ਵਾਸਤੇ ਸਰਕਾਰੀ ਨੌਕਰੀਆਂ ਵੀ ਕਰਦੇ ਸੀ, ਤੇ ਦੁਸ਼ਮਣਾਂ ਦੀਆਂ ਫੌਜਾਂ ਵਿੱਚ ਵੀ ਜਾ ਕੇ ਸਿੰਘ ਨੌਕਰੀਆਂ ਕਰਦੇ ਸੀ। ਜੈਪੁਰ ਦਾ ਰਾਜਾ, ਉਹਦੀ ਫੌਜ ਵਿੱਚ ਵੀ ਸਿੰਘ ਜਾ ਕੇ ਨੌਕਰੀਆਂ ਕਰਦੇ ਰਹੇ ਨੇ। ਦਿੱਲੀ ਸਰਕਾਰ ਦੀ ਫੌਜ ਦੇ ਅਧੀਨ ਜਿਹੜੀ ਫੌਜ ਸੀ ਉੱਥੇ ਵੀ ਨੌਕਰੀਆਂ ਕਰਦੇ ਸੀ। ਇਹ ਆਲੀ ਸਿੰਘ ਤੇ ਮਾਲੀ ਸਿੰਘ ਦੋਵੇਂ ਭਰਾ ਸੂਬੇ ਸਰਹੰਦ ਦੀ ਫੌਜ 'ਚ ਨੌਕਰੀ ਕਰਦੇ ਸੀ। ਤੁਸੀਂ ਹੁਣ ਸੋਚੋਗੇ ਕਿ ਸੂਬਾ ਸਰਹੰਦ ਤਾਂ ਫੌਜ ਲੈ ਕੇ ਕਲਗੀਧਰ ਨਾਲ ਲੜਦਾ ਰਿਹਾ ਤੇ ਇਹ ਇਹਦੀ ਫੌਜ ਵਿੱਚ ਭਰਤੀ ਸੀ। ਹੁਣ ਤੁਸੀਂ ਕੀ ਆਖੋਗੇ ਕਿ ਆਲੀ ਸਿੰਘ ਤੇ ਮਾਲੀ ਸਿੰਘ ਗੱਦਾਰ ਨੇ? ਅੱਜ ਕੱਲ ਨਾ ਇਹ ਗੱਦਾਰੀ ਦਾ ਠੱਪਾ ਹਰ ਇੱਕ ਤੇ ਲਾ ਦਿੱਤਾ ਜਾਂਦਾ ਤੇ ਬੜੇ ਸੌਖੇ ਜਿਹੇ ਢੰਗ ਦੇ ਨਾਲ ਲਾ ਦਿੰਦੇ ਆ ਵੀ ਵੇਖੋ ਜੀ ਉਹ ਫਲਾਣਾ ਬੰਦਾ ਫਲਾਣੇ ਕੋਲ ਨੌਕਰੀ ਕਰਦਾ ਸੀ, ਇਸ ਕਰਕੇ ਉਹ ਗੱਦਾਰ ਹੋ ਗਿਆ। ਆਲੀ ਸਿੰਘ ਮਾਲੀ ਸਿੰਘ ਸੂਬੇ ਸਰਹੰਦ ਕੋਲ ਨੌਕਰੀ ਕਰਦਾ, ਸੂਬਾ ਸਰਹੰਦ ਕਲਗੀਧਰ ਨਾਲ ਲੜਦਾ ਰਿਹਾ। ਇਹਦਾ ਮਤਲਬ ਇਹ ਤਾਂ ਨਹੀਂ ਉਹਨਾਂ ਦੀ ਉੱਥੇ ਰੋਜੀ ਰੋਟੀ ਸੀ, ਨੌਕਰੀ ਕਰਦੇ ਸੀ, ਨੇੜੇ ਪਿੰਡ 'ਚ ਰਹਿੰਦੇ ਸੀ। ਇਹਦਾ ਮਤਲਬ ਇਹ ਨਹੀਂ ਹੋ ਜਾਂਦਾ ਵੀ ਉਹ ਗੱਦਾਰ ਹੋ ਗਏ। ਇਸੇ ਤਰ੍ਹਾਂ ਬਾਬਾ ਵਿਨੋਦ ਸਿੰਘ ਜੀ ਜਾਂ ਹੋਰ ਜਿੰਨੇ ਸਿੰਘ ਨੇ, ਬਾਅਦ ਦੇ ਵਿੱਚ ਕੁਝ ਸਮੇਂ ਲਈ ਸਰਕਾਰ ਦੇ ਕੋਲ ਕਾਹਨ ਸਿੰਘ ਹੋਣਾ ਨੇ ਨੌਕਰੀ ਵੀ ਕਰਨੀ ਪਈ। ਤੇ ਅੱਜ ਕੱਲ ਦੇ ਸਾਡੇ ਜਿਹੜੇ ਨਵੇਂ ਵਿਦਵਾਨ ਨੇ ਉਹ ਕਹਿ ਦਿੰਦੇ ਜੀ ਇਹ ਤਾਂ ਗੱਦਾਰ ਸੀ, ਨਾ ਗੱਦਾਰੀ ਕੀਤੀ ਬੰਦੇ ਬਹਾਦਰ ਨਾਲ। ਇਹ ਯੋਗ ਨਹੀਂ ਹੈ। ਹਰ ਇੱਕ ਸਿੰਘ ਨੇ ਉਸ ਵੇਲੇ ਆਪਣਾ ਯੋਗਦਾਨ ਭੂਮਿਕਾ ਨਿਭਾਈ ਹੈ। ਉਹ ਕਿਸੇ ਵੀ ਖਿੱਤੇ ਵਿੱਚ ਕਿਸੇ ਵੀ ਤਰੀਕੇ ਨਾਲ ਨਿਭਾ ਸਕਿਆ, ਉਹਨਾਂ ਨੇ ਨਿਭਾਈ ਹੈ। ਇੱਕ ਨੂੰ ਮੁਖੀਆ ਬਣਾ ਕੇ ਬਾਕੀ ਸਾਰਿਆਂ ਨੂੰ ਲਤਾੜਨ ਵਾਸਤੇ ਯਤਨਿਕ ਸਭ ਹਰ ਇੱਕ ਸਿੰਘ ਦੀ ਕੁਰਬਾਨੀ ਹੈ। ਜਿੰਨੇ ਵੀ ਉਸ ਵੇਲੇ ਇਕੱਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਕੀ ਕਰ ਲੈਂਦੇ,
ਜੇ ਸਾਰੇ ਸਿੰਘ, ਆਲੀ ਸਿੰਘ, ਮਾਲੀ ਸਿੰਘ, ਬਾਜ ਸਿੰਘ, ਬਨੋਦ ਸਿੰਘ, ਕਾਹਨ ਸਿੰਘ ਵਰਗੇ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਂਪੁਰਸ਼ ਉਹ ਦਮਦਮਾ ਸਾਹਿਬ ਤੋਂ ਆਏ ਨੇ ਨਾਲ, ਇਹ ਸਾਰੇ ਸਿੰਘ ਨਾ ਹੁੰਦੇ, ਇਕੱਠੇ ਨਾ ਹੁੰਦੇ ਤਾਂ ਕੁਝ ਵੀ ਨਾ ਹੁੰਦਾ। ਸੋ ਇਸ ਕਰਕੇ ਸਾਰਿਆਂ ਦੀ ਇਕਜੁੱਟਤਾ ਸੀ, ਕਿਸੇ ਇੱਕ ਨੂੰ ਵੱਖਰਾ ਕਰਕੇ ਇਦਾਂ ਨਹੀਂ ਕੀਤਾ ਜਾ ਸਕਦਾ। ਸਮੁੱਚੇ ਖਾਲਸੇ ਦੀ ਇਹ ਕੁਰਬਾਨੀ ਆ, ਸਮੁੱਚੇ ਪੰਥ ਦੀ ਕੁਰਬਾਨੀ ਹੈ। ਖੈਰ, ਹੁਣ ਆਲੀ ਸਿੰਘ ਤੇ ਮਾਲੀ ਸਿੰਘ ਇਹ ਦੋਵੇਂ ਸਰਹੰਦ ਦੇ ਸੂਬੇਦਾਰ ਦੇ ਕੋਲ ਨੌਕਰੀ ਕਰਦੇ ਸਨ। ਨਵਾਬ ਸਰਹੰਦੀ ਉਸੇ ਬੁਲਾਇਓ। ਸਰਹੰਦ ਦੇ ਸੂਬੇਦਾਰ ਨੂੰ ਪਤਾ ਸੀ ਵੀ ਸਿੰਘ ਨੇ। ਵਜ਼ੀਰ ਖਾਨ ਨੂੰ ਪਤਾ ਲੱਗਾ ਵੀ ਬੰਦਾ ਬਹਾਦਰ ਮੈਨੂੰ ਮਾਰਨ ਆ ਰਿਹਾ, ਖਬਰਾਂ ਤਾਂ ਪਹੁੰਚਦੀਆਂ ਸੀ, ਜਸੂਸ ਬੜੇ ਸੀ। ਤੋ ਇਹ ਆਲੀ ਸਿੰਘ ਹੋਣਾ ਨੂੰ ਸੱਦ ਕੇ ਬੁਲਾ ਕੇ ਕਹਿਣ ਲੱਗਾ, ਸੱਦ ਪੁੱਛਿਓ ਤੁਮ ਗੁਰ ਓਰੇ ਆਇਓ। ਕਹਿਣ ਲੱਗਾ, ਉਹ ਆਲੀ ਸਿਆਂ, ਮੈਂ ਸੁਣਿਆ ਤੁਹਾਡਾ ਇੱਕ ਹੋਰ ਨਵਾਂ ਗੁਰੂ ਆ ਰਿਹਾ ਮੇਰੇ ਵੱਲ। ਉਹਨੂੰ ਨਹੀਂ ਸੀ ਪਤਾ ਵੀ ਬੰਦਾ ਬਹਾਦਰ ਗੁਰੂ ਨਹੀਂ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਜੀ ਨੇ ਖਾਲਸੇ ਪੰਥ ਦਾ ਸੇਵਾਦਾਰ ਬਣਾ ਕੇ ਕਹਿ ਸਕਦੇ ਆ ਭੇਜਿਆ ਹੈ, ਪੰਥ ਦੇ ਵਿੱਚ ਜਰਨੈਲੀ ਦੇ ਕੇ ਭੇਜਿਆ ਵੀ ਉਹ ਜਰਨੈਲ ਹੈ, ਗੁਰੂ ਨਹੀਂ ਹੈ। ਪਰ ਵਜ਼ੀਰ ਖਾਨ ਨੂੰ ਤਾਂ ਇਹੀ ਸੁਣਿਆ ਸੀ। ਜਾਣ ਕੇ ਕਹਿੰਦਾ ਆਲੀ ਸਿੰਘ ਨੂੰ, ਆਲੀ ਸਿਆਂ, ਮੈਂ ਸੁਣਿਆ ਕਿ ਤੁਹਾਡਾ ਇੱਕ ਹੋਰ ਨਵਾਂ ਗੁਰੂ ਜਿਹੜਾ ਉਹ ਮੇਰੇ ਵੱਲ ਆ ਰਿਹਾ ਹੈ। ਤੁਮ ਕੋ ਚਾਹੀਤ ਉਸ ਪੈ ਜਾਓ। ਤੂੰ ਮੇਰੇ ਕੋਲ ਕੀ ਕਰਦਾ ਇੱਥੇ ਬਈ? ਤੈਨੂੰ ਤਾਂ ਉਹਦੇ ਕੋਲ ਜਾਣਾ ਚਾਹੀਦਾ, ਉਹਦੀ ਫੌਜ 'ਚ ਭਰਤੀ ਹੋਣਾ ਚਾਹੀਦਾ, ਤੂੰ ਇੱਥੇ ਮੇਰੇ ਕੋਲ ਮੇਰੀ ਫੌਜ ਵਿੱਚ ਕੰਮ ਕਰਦਾ। ਹਾਂਜੀ, ਉਸ ਕੋ ਤੁਮ ਇਹਾਂ ਲੈ ਆਓ। ਉਹਨੂੰ ਇੱਥੇ ਲੈ ਕੇ ਆ ਮੇਰੇ ਕੋਲ, ਜਾ ਉਹਦੇ ਕੋਲ, ਤੂੰ ਉਹਦੇ ਕੋਲ ਜਾ ਕੇ ਉਹਨੂੰ ਮੇਰੇ ਕੋਲ ਇੱਥੇ ਲੈ ਕੇ ਆ। ਇਹਾਂ ਆਏ ਦੇਉ ਅਲਖ ਮਿਟਾਏ। ਜੇ ਉਹ ਇੱਥੇ ਆਏਗਾ ਨਾ ਤੇ ਮੈਂ ਉਹਦੀ ਅਲਖ ਮਿਟਾ ਦਿਆਂਗਾ, ਉਹਨੂੰ ਮੁਕਾ ਦਿਆਂਗਾ। ਰਲੇ ਪੁੱਤਰਨ ਗੁਰ ਸ਼ਿਤਾਬੀ ਜਾਏ। ਤੇ ਜਿੱਥੇ ਮੈਂ ਗੁਰੂ ਦੇ ਪੁੱਤ ਭੇਜੇ ਆ ਨਾ, ਉੱਥੇ ਉਹਨੂੰ ਵੀ ਭੇਜ ਦਿਆਂਗਾ ਛੇਤੀ। ਮਜੀਦਾ ਕਹਿੰਦਾ ਆਲੀ ਸਿੰਘ ਨੂੰ, ਕਹਿੰਦਾ ਜਿੱਥੇ ਮੈਂ ਗੁਰੂ ਦੇ ਪੁੱਤ ਭੇਜੇ ਨੇ, ਜੇ ਉਹ ਆ ਗਿਆ ਨਾ ਇੱਥੇ, ਜਿਹੜਾ ਤੁਹਾਡਾ ਨਵਾਂ ਗੁਰੂ ਹੈ ਬੰਦਾ ਬਹਾਦਰ, ਕਹਿੰਦਾ ਉਹਨੂੰ ਵੀ ਉੱਥੇ ਭੇਜ ਦਿਆਂਗਾ ਗੁਰੂ ਦੇ ਪੁੱਤਰਾਂ ਦੇ ਕੋਲ। ਸਿੰਘਨ ਕਈ ਜੇ ਹੋਏ ਗੁਰ ਪੂਰਾ। ਅੱਗੋਂ ਬਾਬਾ ਭਾਈ ਆਲੀ ਸਿੰਘ, ਮਾਲੀ ਸਿੰਘ ਦੋਵੇਂ ਬੋਲੇ, ਕਹਿਣ ਲੱਗੇ, ਸੂਬਾ ਸਰਹੰਦ, ਜੇ ਸਾਡੇ ਸਤਿਗੁਰੂ ਜੀ ਪੂਰੇ ਨੇ ਨਾ, ਬਾਜਾਂ ਵਾਲੇ ਕਲਗੀਧਰ ਜੀ, ਤੇ ਪੂਰੇ ਗੁਰੂ ਦਾ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਜੀ ਆਏ ਨੇ, ਤੋ ਆਪੇ ਆਓਗੋ ਕਿਆ ਤੁਮੇ ਜ਼ਰੂਰਾ। ਤੇ ਫਿਰ ਉਹ ਆਪੇ ਹੀ ਆ ਜਾਣਾ, ਤੈਨੂੰ ਬੁਲਾਉਣ ਦੀ ਲੋੜ ਹੀ ਨਹੀਂ ਪੈਣੀ ਵੀ ਉਹਨਾਂ ਨੂੰ ਜਾ ਕੇ ਬੁਲਾਣਾ ਤੈਨੂੰ, ਵੀ ਤੂੰ ਕਹਿਣਾ ਵੀ ਬੁਲਾ ਕੇ ਲਿਆਈਏ। ਜੇ ਉਹ ਪੂਰੇ ਸਤਿਗੁਰਾਂ ਦਾ ਸੇਵਕ ਹੈ ਤੇ ਫਿਰ ਉਹ ਆਪੇ ਹੀ ਆ ਜਾਏਗਾ, ਇੱਥੇ ਆਪੇ ਹੀ ਪਹੁੰਚ ਜਾਏਗਾ। ਫਿਰ ਉਨ ਕਹਿਓ ਤੁਮ ਕੈਦੇ ਪਾਵੇਂ। ਸੂਬਾ ਸਰਹੰਦ ਅੱਗੋਂ ਬੋਲਿਆ, ਕਹਿੰਦਾ ਚੰਗਾ, ਇੰਨਾ ਭਰੋਸਾ ਤੁਹਾਨੂੰ ਆਪਣੇ ਗੁਰੂ ਤੇ? ਕਹਿੰਦਾ ਮੈਂ ਤੁਹਾਨੂੰ ਕੈਦ ਵਿੱਚ ਪਾਉਂਦਾ ਹਾਂ। ਤਬ ਛੋੜੇ ਜਬ ਹਮੇ ਦਿਖਾਵੇਂ। ਕਹਿੰਦੇ ਹੁਣ ਜੇ ਉਹ ਤੁਹਾਡਾ ਗੁਰੂ ਪੂਰਾ ਨਾ, ਉਹਦਾ ਉਹ ਸੇਵਕ ਹੈ, ਤੇ ਫਿਰ ਮੈਂ ਵੇਖਦਾ ਵੀ ਉਹ ਤੁਹਾਨੂੰ ਕੈਦ ਚੋਂ ਛੁਡਾਉਂਦਾ ਆ ਕੇ ਮੇਰੀ ਕੈਦ ਚੋਂ। ਜੇ ਛੁਡਾ ਲਵੇਗਾ ਤਾਂ ਮੈਂ ਮੰਨ ਲਵਾਂਗਾ। ਨੈ ਆਵੇ ਮੈਂ ਤੁਮ ਦੇਉਂਗੋ ਮਾਰ। ਜੇ ਉਹ ਨਾ ਆਇਆ ਨਾ ਤੁਹਾਨੂੰ ਬਚਾਉਣ ਕੈਦਖਾਨੇ 'ਚ, ਤਾਂ ਮੈਂ ਤੁਹਾਨੂੰ ਜਾਨੋਂ ਮਾਰ ਦਿਆਂਗਾ, ਕਤਲ ਕਰ ਦਿਆਂਗਾ। ਬੇੜੀ ਪਾਈ ਇਤੇ ਕਰਾਰ। ਆਲੀ ਸਿੰਘ ਨੇ ਆਖਿਆ, ਠੀਕ ਹੈ ਵਜ਼ੀਰ ਖਾਨ, ਸਾਨੂੰ ਮਨਜ਼ੂਰ ਹੈ। ਜੇ ਉਹ ਆ ਗਿਆ, ਆ ਕੇ ਸਾਨੂੰ ਛੁਡਾ ਕੇ ਲੈ ਗਿਆ, ਫਿਰ ਅਸੀਂ ਉਹਦੇ, ਫਿਰ ਤੇਰੇ ਗੁਲਾਮ ਨਹੀਂ। ਨਾ ਆਇਆ ਤੇ ਫਿਰ ਤੂੰ ਸਾਨੂੰ ਮਾਰ ਦੇ, ਤੇਰੇ ਨਾਲ ਅਸੀਂ ਕਰਾਰ ਕਰਦੇ ਹਾਂ। ਇਹ ਕਹਿ ਕੇ ਉਸੇ ਵੇਲੇ ਵਜੀਦ ਨੇ ਹੁਕਮ ਕੀਤਾ ਵੀ ਇਹਨਾਂ ਨੂੰ ਬੇੜੀਆਂ ਪਾਓ। ਦੋਹਰਾ ਬੇੜੀ ਮੈਂ ਪਗ ਨੇ ਰਹੇ ਤੁਰਕ ਸੁਤੰਗ ਕਰਾਏ। ਬੇੜੀਆਂ ਪਾਉਣ ਵਾਲੇ ਆ ਗਏ ਤੇ ਉਹ ਆ ਕੇ ਆਲੀ ਸਿੰਘ, ਮਾਲੀ ਸਿੰਘ ਦੇ ਹੱਥਾਂ 'ਚ ਬੇੜੀ ਪਾਉਣ ਤੇ ਕੜਾ ਕੱਸਣ ਤੇ ਹੱਥ ਵਿੱਚੋਂ ਨਿਕਲ ਜਾਏ, ਪੈਰ 'ਚ ਬੇੜੀ ਪਾਉਣ ਤਾਂ ਉਹ ਪੈਰ ਵਿੱਚੋਂ ਨਿਕਲ ਜਾਏ, ਜਿੰਨੀ ਕੱਸਿਆ ਕਰਨ ਫਿਰ ਪੈਰ ਨਿਕਲ ਜਾਇਆ ਕਰੇ। ਬੇੜੀਆਂ ਦੇ ਵਿੱਚ ਦੋਹਾਂ ਭਰਾਵਾਂ ਨੂੰ, ਦੋਹਾਂ ਸਿੰਘਾਂ ਨੂੰ ਬੰਨ ਨਹੀਂ ਸਕੇ। ਇਹੋ ਜੀ ਕਲਾ ਮਹਾਰਾਜ ਜੀ ਦੀ ਵਰਤੀ। ਆਏ ਵੀਰ ਸਿੰਘਨ ਕਹੇ
ਤੁਮ ਤੁਰੋ ਬੰਦੇ ਕੇ ਦਾਏ। ਵੀਰ ਨੇ ਨਾ ਜਿਹੜੇ ਬਾਬੇ ਬੰਦੇ ਬਹਾਦਰ ਦੇ ਨਾਲ, ਉਹ ਵੀਰ ਇਹਨਾਂ ਦੋਹਾਂ ਭਰਾਵਾਂ ਨੂੰ ਦਰਸ਼ਨ ਦੇ ਰਹੇ ਨੇ। ਉਹ ਬੇੜੀਆਂ ਪਾਣ ਨਹੀਂ ਦਿੰਦੇ, ਉਹ ਪਾਉਂਦੇ ਆ, ਇਹ ਖੋਲ ਦਿੰਦੇ ਆ। ਤੇ ਇਹਨਾਂ ਨੂੰ ਕਹਿੰਦੇ ਆ ਤੁਸੀਂ ਹੁਣ ਇੱਥੇ ਨਹੀਂ ਰਹਿਣਾ, ਦੋਵੇਂ ਭਰਾ ਤਿਆਰੀ ਕਰੋ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਮਿਲੋ। ਜੋ ਪਈ ਤਬ ਸਿੰਘਨ ਕੋ ਮਨ ਪਤੀ ਤੇ ਆਇਆ। ਕਹਿੰਦੇ ਉਧਰ ਸੂਬੇ ਸਰਹੰਦ ਨੇ ਜਦੋਂ ਵੇਖਿਆ, ਹੁਣ ਇਕਰਾਰ ਕੀਤਾ ਸੀ ਵੀ ਜੇ ਉਹਨੂੰ ਨਾ ਤੁਹਾਨੂੰ ਛੁਡਾ ਲਿਆ ਆ ਕੇ, ਬੇੜੀਆਂ ਨਾ ਪਈਆਂ ਤੇ ਲੈ ਚਲੇ ਜਾਇਓ, ਤੁਹਾਨੂੰ ਮੈਂ ਛੱਡ ਦਿਆਂਗਾ। ਹੁਣ ਇਕਰਾਰ ਉਹਨੂੰ ਪੂਰਾ ਕਰਨਾ ਪਿਆ ਵੀ ਵਾਕਈ ਇਹਨਾਂ ਦੀ ਮਦਦ ਹੋਈ ਹੈ, ਇਹਨਾਂ ਨੂੰ ਮੈਂ ਕੈਦ ਨਹੀਂ ਕਰ ਸਕਿਆ, ਬੇੜੀਆਂ 'ਚ ਨਹੀਂ ਜਕੜ ਸਕਿਆ। ਤਾਂ ਉਸੇ ਵੇਲੇ ਆਲੀ ਸਿੰਘ ਨੇ ਕਿਹਾ, ਸੁਣੋ ਸੂਬਾ ਸਰਹੰਦ, ਤੇਰੇ ਕੋਲ ਨੌਕਰੀ ਕੀਤੀ ਸੀ ਦੋਵਾਂ ਭਰਾਵਾਂ ਨੇ, ਜਿੰਨੇ ਦਿਨਾਂ ਦੀ ਸਾਡੀ ਤਨਖਾਹ ਬਣਦੀ ਆ ਪਹਿਲਾਂ ਇੱਥੇ ਰੱਖ। ਤੇਰੇ ਕੋਲ ਨੌਕਰੀ ਕੀਤੀ ਆ ਨਾ, ਸਾਡਾ ਹਿਸਾਬ ਕਿਤਾਬ ਪੂਰਾ ਕਰ। ਜਿੰਨੇ ਸਾਡੇ ਮਾਇਆ ਦੇ ਪੈਸੇ ਸਾਡੇ ਹੱਕ ਦੇ ਨੇ ਨਾ, ਉਹ ਅਸੀਂ ਕਿਰਤ ਕੀਤੀ ਹੈ, ਉਹ ਸਾਡੇ ਕੋਲ ਰੱਖ। ਸੂਬੇ ਸਰਹੰਦ ਨਾਲ ਦੋਹਾਂ ਭਰਾਵਾਂ ਨੇ ਹਿਸਾਬ ਕੀਤਾ। ਕਹਿ ਨਵਾਬ ਤੇ ਹਿਸਾਬ ਕਰਾਇਆ। ਕਹਿ ਕੇ ਨਵਾਬ ਕੋਲੋਂ ਆਪਣਾ ਹਿਸਾਬ ਕਰਾਇਆ। ਨਵਾਬ ਕਈ ਹਮ ਹੱਸ ਕਰ ਕਈ। ਬਾਅਦ ਚ ਨਵਾਬ ਦਾ ਮੁਕਰਨ ਲੱਗ ਪਿਆ, ਕਹਿਣ ਲੱਗਾ ਉਹ ਮੈਂ ਤਾਂ ਹੱਸਦਾ ਸੀ ਤੁਹਾਡੇ ਨਾਲ, ਤੁਸੀਂ ਗੁੱਸਾ ਕਰ ਗਏ ਹੋ। ਆਲੀ ਸਿੰਘ ਕਿਉਂ ਚੱਲੇ ਹੋ? ਇਹ ਚਾਹੁੰਦਾ ਸੀ ਇੱਥੇ ਰਹਿਣ ਮੇਰੇ ਕੋਲ ਤੇ ਸਿੰਘਾਂ ਦੀ ਮੁਖਬਰੀ ਕਰਨ ਮੇਰੇ ਪਾਸ, ਉਹਨਾਂ ਦੀਆਂ ਖਬਰਾਂ ਮੇਰੇ ਤਾਈਂ ਲਿਆਉਣ। ਫਿਰ ਕਹਿੰਦਾ ਉਹ ਨਹੀਂ, ਮੈਂ ਤਾਂ ਹੱਸ ਕੇ ਤੁਹਾਡੇ ਨਾਲ ਮਖੌਲ ਕੀਤਾ ਸੀ, ਮਜ਼ਾਕ ਕੀਤਾ ਸੀ। ਅਬ ਨਹਿ ਰਹੇ ਸਿੰਘਨ ਉਸ ਕਈ। ਸਿੰਘਾਂ ਨੇ ਆਖਿਆ ਨਾ ਵਜੀਦਿਆ, ਹੁਣ ਨਹੀਂ ਅਸੀਂ ਰਹਿਣਾ, ਹੁਣ ਤਾਂ ਅਸੀਂ ਚੱਲੇ ਆ ਜਿਹਨੇ ਸਾਨੂੰ ਬੇੜੀਆਂ ਨਹੀਂ ਪੈਣ ਦਿੱਤੀਆਂ ਉਹਦੇ ਕੋਲ। ਤੂੰ ਤਾਂ ਆਪਣੇ ਵੱਲੋਂ ਵਾਹ ਲਾਈ ਐ, ਜੇ ਪੈ ਜਾਂਦੀਆਂ ਬੇੜੀਆਂ ਸਾਨੂੰ ਤੇ ਤੂੰ ਕਿਹੜਾ ਛੱਡਣਾ ਸੀ। ਹੁਣ ਕਹਿਣਾ ਮੈਂ ਹੱਸਦਾ ਮਖੌਲ ਕਰਦਾ, ਬਾਅਦ ਵਿੱਚ ਤੂੰ ਥੋੜੀ ਕਹਿਣਾ ਸੀ ਵੀ ਮੈਂ ਮਖੌਲ ਕੀਤਾ। ਜਿਹੜਾ 7 ਸਾਲ ਤੇ 9 ਸਾਲ ਦੇ ਬੱਚਿਆਂ ਨੂੰ ਨਹੀਂ ਛੱਡ ਸਕਿਆ, ਸਾਨੂੰ ਕਿੱਥੇ ਛੱਡਣਾ ਸੀ ਤੈਂ? ਇਹ ਤਾਂ ਤੂੰ ਭਰੀ ਕਚਹਿਰੀ 'ਚ ਇਕਰਾਰ ਕਰ ਲਿਆ, ਤੈਨੂੰ ਤਾਂ ਛੱਡਣਾ ਪੈ ਰਿਹਾ। ਲੋਕ ਵੇਖਦੇ ਆ ਇੱਥੇ। ਤੂੰ ਉਸ ਵਕਤ ਕਹਿੰਦੇ ਨਹੀਂ ਅਸੀਂ ਤਾਂ ਚੱਲੇ ਆ, ਹੁਣ ਤਾਂ ਉਹਦੇ ਕੋਲ ਹੀ ਜਾਵਾਂਗੇ। ਤੂੰ ਹੀ ਕਹੇ ਇਹ ਮਰਨੋਂ ਡਰੇ। ਤੂੰ ਹੀ ਕਹਿਣਾ ਵੀ ਇਹ ਮਰਨੋਂ ਡਰਦੇ ਨੇ। ਉਹਾਂ ਹੀ ਗਇਓ ਹਮੇ ਅਬ ਸਰੇ। ਹੁਣ ਤਾਂ ਉੱਥੇ ਜਾਣਾ ਹੀ ਸਾਡਾ ਸਰਨਾ। ਫੇਰ ਮਿਲੇ ਤਬ ਗੁਰ ਕੇ ਸਾਥ। ਕਹਿੰਦੇ ਹੋਏ ਆਵਾਂਗੇ ਵਜ਼ੀਰ ਖਾਨ ਸਾਹਿਬ ਤੁਹਾਡੇ ਕੋਲ, ਆਪਣੇ ਜਿਹਨੂੰ ਤੂੰ ਕਹਿਣਾ ਨਾ ਵੀ ਨਵਾਂ ਗੁਰੂ ਆਇਆ ਸਾਡਾ, ਉਹਦੇ ਨਾਲ ਹੀ ਮਿਲ ਕੇ ਆਵਾਂਗੇ। ਗੁਰ ਫਤਿਹ ਬੁਲਾਈ ਸਿਰ ਧਰ ਹਾਥ। ਏਦਾਂ ਸਿਰ ਤੇ ਦੂਰੋਂ ਹੀ ਨਾ ਏਦਾਂ ਜਿਵੇਂ ਮੱਥਾ ਟੇਕਦੇ ਆ ਕਹਿ ਕੇ, ਏਦਾਂ ਫਤਿਹ ਬੁਲਾ ਕੇ ਦੋਵੇਂ ਸਿੰਘ ਚੱਲ ਪਏ। ਸ਼ੇਰ ਖੰਡੇ ਰਾਹ ਪੁੱਛ ਲਿਓ। ਪੁੱਛਿਆ ਸ਼ੇਰ ਖੰਡਾ ਪਿੰਡ ਕਿੱਧਰ ਹੈ? ਖਖਰੋੜ ਪਰਗਣੇ ਮੈਥੋਂ ਭਇਓ। ਇਹ ਖਖਰੋੜ ਦਾ ਪਰਗਣਾ ਹੈ, ਪਾਣੀਪਤ ਦੇ ਨੇੜੇ ਜਾ ਕੇ ਉੱਥੇ ਕਹਿੰਦੇ ਗਏ। ਦਿੱਲੀ ਤੇ ਵੈ 30 ਕੋਸ। ਦਿੱਲੀ ਤੋਂ ਤਕਰੀਬਨ 30 ਕੋ ਇਧਰ ਪੰਜਾਬ ਵਾਲੇ ਪਾਸੇ ਨਗਰ ਹੈ ਸਿਹਰ ਖੰਡਾ। ਤੋਰੇ ਸਿੰਘ ਦਿਲ ਕਰ ਇਮ ਹੋਸ। ਤੇ ਏਦਾਂ ਦਿਲ 'ਚ ਹੋਸ਼ ਕਰਕੇ ਤਿਆਰ ਬਰ ਤਿਆਰ ਹੋ ਕੇ ਦੋਵੇਂ ਚੱਲ ਪਏ। ਬੰਦੇ ਕੀ ਪਰ ਤਗਿਆ ਲਏ। ਤੇ ਨਾਲੇ ਮਨ 'ਚ ਸੋਚਦੇ ਆ ਵੀ ਜਿਹਦੇ ਕੋਲ ਚੱਲੇ ਆ ਉਹਨੂੰ ਵੀ ਪਰਖ ਲਈਏ, ਬੰਦੇ ਬਹਾਦਰ ਦੀ ਵੀ ਅਜਮਾਇਸ਼ ਕਰ ਲਈਏ। ਵਜੀਰੇ ਮਾਰੇ ਇਮ ਚਿਤ ਪਰਤਈਐ। ਤੇ ਜੇ ਸਾਡੀ ਪਰਖ ਵਿੱਚ ਬੰਦਾ ਬਹਾਦਰ ਪੂਰਾ ਉਤਰਿਆ ਤੇ ਫਿਰ ਅਸੀਂ ਸਮਝਾਂਗੇ ਕਿ ਬੰਦਾ ਬਹਾਦਰ ਵਜ਼ੀਰੇ ਪਾਪੀ ਨੂੰ ਮਾਰੇਗਾ, ਮੁਕਾਵੇਗਾ, ਸਾਡੇ ਮਨ 'ਚ ਯਕੀਨ ਹੋ ਜਾਏਗਾ। ਜੋ ਹਮਕੋ ਵੋ ਲੈ ਹੈ ਨਾਮ। ਕਹਿੰਦੇ ਆ ਵੀ ਬੰਦੇ ਬਹਾਦਰ ਨੂੰ ਪਰਖੀਏ ਕਿਵੇਂ? ਕਹਿੰਦੇ ਵੀ ਆਪਾਂ ਪਹਿਲੀ ਵਾਰੀ ਮਿਲਣਾ ਜਾ ਕੇ, ਤੇ ਆਪਾਂ ਜਾ ਕੇ ਮਿਲ ਕੇ ਫਤਿਹ ਗਜਾਣੀ ਹੈ ਵੀ ਜੇ ਬੰਦਾ ਬਹਾਦਰ ਪੂਰਾ ਕਰਾਮਾਤੀ ਹੋਇਆ, ਗੁਰੂ ਸਾਹਿਬ ਦਾ ਥਾਪੜਾ ਉਹਦੇ ਸਿਰ ਤੇ ਫਿਰ ਸਾਨੂੰ ਵੀ ਯਕੀਨ ਬਣ ਜਾਏਗਾ ਵੀ ਉਹ ਵਜੀਦੇ ਨੂੰ ਮਾਰੇਗਾ। ਪਰਖੀਏ ਕਿਵੇਂ? ਕਹਿੰਦੇ ਜਦੋਂ ਸਾਡੇ ਨਾਂ ਲੈ ਕੇ ਬੁਲਾਵੇਗਾ, ਜਦੋਂ ਜਾਵਾਂਗੇ ਉਹਦੇ ਕੋਲ, ਸਾਡਾ ਨਾਂ ਲੈ ਕੇ ਸਾਨੂੰ ਬੁਲਾਵੇ, ਹਾਲਾਂਕਿ ਪਹਿਲੀ ਵਾਰੀ ਮਿਲਣਾ, ਅਸੀਂ ਉਹਨੂੰ ਕਦੇ ਮਿਲੇ ਨਹੀਂ,
ਉਹ ਸਾਡਾ ਜੇ ਨਾਂ ਲੈ ਕੇ ਬੁਲਾਵੇਗਾ ਤੇ ਸਾਨੂੰ ਪਰਖ ਹੋ ਜਾਏਗੀ। ਤਬ ਸਾਰੇ ਗੋ ਸਭ ਗੁਰ ਕਾਮ, ਫਿਰ ਅਸੀਂ ਸਮਝਾਂਗੇ ਵੀ ਜਿਹੜੇ ਕੰਮਾਂ ਨੂੰ ਗੁਰੂ ਸਾਹਿਬ ਨੇ ਭੇਜਿਆ ਉਹ ਕੰਮ ਬੰਦਾ ਬਹਾਦਰ ਪੂਰੇ ਕਰੇਗਾ, ਸਿਰੇ ਚਾੜੇਗਾ। ਦੋਹਰਾ ਦਸੋਂ ਪੁਚੰਗੀ ਤੇ ਤੁਰੇ, ਆਲੀ ਮਾਲੀ ਸਿੰਘ ਸਾਥ। ਆਲੀ ਸਿੰਘ ਤੇ ਮਾਲੀ ਸਿੰਘ ਜਦੋਂ ਚੱਲੇ ਤੇ ਇਹਨਾਂ ਨੇ 8 ਸਿੰਘ ਹੋਰ ਆਪਣੇ ਨਾਲ ਤਿਆਰ ਕਰ ਲਏ ਚੱਲਣ ਵੇਲੇ। ਏਦਾਂ ਇਹ 10 ਸਿੰਘ ਤਿਆਰ ਹੋ ਗਏ ਚੱਲਣ ਵੇਲੇ। ਦੂਰੋਂ ਬੰਦੇ ਦੇਖ ਕੇ ਧਰਿਓ ਮਾਤ ਪਰ ਹਾਥ। ਜਦੋਂ ਸ਼ੇਰ ਖੰਡੇ ਨਗਰ ਪਹੁੰਚੇ, ਬਾਬਾ ਬੰਦਾ ਸਿੰਘ ਬਹਾਦਰ ਦੀ ਕਚਹਿਰੀ ਲੱਗੀ ਹੋਈ, ਇਹ 10 ਦੇ 10 ਸਿੰਘ ਪਹੁੰਚੇ ਤੇ ਪਹਿਲਾਂ ਦੂਰੋਂ ਹੀ ਵੇਖ ਕੇ ਨਾ ਏਦਾਂ ਉਤਾਂਹ ਨੂੰ ਹੱਥ ਕਰਕੇ ਗੱਜ ਕੇ ਫਤਿਹ ਬੁਲਾਉਂਦਿਆਂ ਕਿਹਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪਈ ਵਾਹਿਗੁਰੂ ਕੀ ਫਤਿਹ ਬੁਲਾਈ। ਏਦਾਂ ਆਲੀ ਸਿੰਘ ਮਾਲੀ ਸਿੰਘ ਤੇ ਨਾਲ ਦੇ ਸਿੰਘਾਂ ਨੇ ਫਤਿਹ ਗਜਾਈ। ਅਕਾਲ ਅਕਾਲ ਕੀ ਆਵਾਜ਼ ਸੁਣਾਈ। ਜਕਾਰੇ ਜਦੋਂ ਸਿੰਘ ਆਉਂਦੇ ਸੀ ਨਾ ਸਿੰਘਾਂ ਦੇ ਵਿੱਚ, ਉਦੋਂ ਤਾਂ 2-4 ਸਿੰਘ ਵੀ ਆ ਜਾਣ ਤੇ ਬਾਕੀ ਸਿੰਘ ਜਿਹੜਾ ਨੇ ਬੈਠੇ ਹੋਣਾ ਵੀ ਇਕੱਠੇ ਹੋ ਰਹੇ ਆ, ਉਹਨਾਂ ਨੇ ਕੋਈ ਖੁਸ਼ੀ ਦਾ ਜਕਾਰਾ ਗਜਾਣਾ ਤੇ ਖੁਸ਼ੀ ਨਾਲ ਕਹਿਣਾ, ਖੁਸ਼ੀਆਂ ਦੇ ਜਕਾਰੇ ਗਜਾਵੇ, ਫਤਿਹ ਪਾਵੇ, ਨਿਹਾਲ ਹੋ ਜਾਵੇ, ਸਤਿ ਸ੍ਰੀ ਅਕਾਲ। ਇਹਦਾ ਅਕਾਲ ਹੀ ਅਕਾਲ ਕਹਿ ਕੇ ਨਾ ਬੜੀ ਖੁਸ਼ੀ ਮਨਾਉਣੀ ਵੀ ਸਿੰਘ ਹੋਰ ਆ ਗਏ। ਏਦਾਂ ਕਹਿੰਦੇ ਖੁਸ਼ੀਆਂ ਮਨਾਈਆਂ ਤੇ ਅਕਾਲ ਹੀ ਅਕਾਲ ਦੀ ਆਵਾਜ਼ ਸੁਣਾਈ ਦਿੱਤੀ। ਅੱਗੇ ਬੰਦਿਓ ਬਚਨ ਸੁਣਾਏ। ਅੱਗੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਬੋਲੇ, ਚਾਹਤੇ ਆਪਣੇ ਨਾਮ ਬਤਾਏ। ਆਉਂਦਿਆਂ ਨੂੰ ਵੇਖ ਕੇ ਕਹਿੰਦੇ, ਹਾਂ ਬਈ ਕੀ ਚਾਹੁੰਦੇ ਹੋ, ਤੁਹਾਡੇ ਨਾਂ ਲੈ ਕੇ ਸੱਦੀਏ ਤੁਹਾਨੂੰ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੀ ਚਾਹੁੰਦੇ ਹੋ ਵੀ ਤੁਹਾਡੇ ਨਾਂ ਲੈ ਕੇ ਤੁਹਾਨੂੰ ਬੁਲਾਈਏ? ਆਲੀ ਮਾਲੀ ਸਿੰਘ ਪਸੋੜੀਏ ਆਏ। ਮਹਾਰਾਜ ਬਾਬਾ ਬੰਦਾ ਸਿੰਘ ਜੀ ਕਹਿੰਦੇ, ਭਾਈ ਤੇਰਾ ਨਾਂ ਆ ਆਲੀ ਸਿੰਘ, ਆ ਜਾ ਉਰੇ। ਮਾਲੀ ਸਿੰਘ ਤੂੰ ਵੀ ਆ ਜਾ। ਤੇ ਬਾਕੀ ਜਿਹੜੇ 8 ਸਿੰਘ ਸਨ ਉਹ ਪਸੋੜ ਪਿੰਡ ਦੇ ਰਹਿਣ ਵਾਲੇ ਸਨ ਤੇ ਉਹਨਾਂ ਨੂੰ ਕਹਿੰਦੇ ਪਸੋੜ ਪਿੰਡ ਦੇ ਰਹਿਣ ਵਾਲੇ ਨੇ, ਇਹ ਵੀ ਆ ਜਾਣ ਸਾਰੇ। ਕਰਾਮਾਤ ਕਰੋ ਢੂੰਡਤ ਤਾਏ। ਘਰੋਂ ਆਏ ਸਨ, ਚੱਲ ਕੇ ਵੀ ਵੇਖੀਏ ਬੰਦੇ 'ਚ ਕਰਾਮਾਤ ਹੈ, ਬੰਦੇ 'ਚ ਕਲਾ ਹੈ, ਇਹ ਜਾਣਨ ਵਾਸਤੇ ਆਏ ਨੇ ਘਰੋਂ। ਕਰਾਮਾਤ ਉਸ ਸਤਿਗੁਰ ਮਾਈ। ਦੇਖੋ ਨਿਮਰਤਾ ਬਾਬਾ ਬੰਦਾ ਸਿੰਘ ਜੀ ਦੀ। ਕਹਿੰਦੇ ਕਰਾਮਾਤ ਸਤਿਗੁਰੂ ਜੀ ਵਿੱਚ ਹੈ, ਮੇਰੇ 'ਚ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਰਾਮਾਤ ਉਸ ਸਤਿਗੁਰ ਮਾਹੀ। ਇਹ ਮੇਰੀ ਨਾ ਸਮਝਿਓ, ਆ ਜਿਹੜੇ 5 ਤੀਰ ਨੇ ਨਾ ਮੇਰੇ ਕੋਲ, ਮੇਰੇ ਸਾਹਿਬ ਦੇ ਦਿੱਤੇ ਹੋਏ, ਕਰਾਮਾਤ ਇਹਨਾਂ ਦੀ ਹੈ। ਇਹ ਕਰਾਮਾਤ ਗੁਰੂ ਕਲਗੀਧਰ ਦੀ ਹੈ। ਭੇਜਣ ਵਾਰੋ ਲਾਜ ਰਖਾਈ। ਉਹ ਮੈਨੂੰ ਭੇਜਣ ਵਾਲੇ ਨੇ, ਉਹੀ ਮੇਰੀ ਲਾਜ ਰੱਖਣ ਵਾਲੇ ਨੇ। ਮੇਰਾ ਕੀ ਹੈ, ਕੰਮ ਉਹਨਾਂ ਦਾ, ਕਰਨਾ ਉਹਨਾਂ ਨੇ ਹੈ ਤੇ ਉਹਨਾਂ ਨੇ ਆਪਣੇ ਨਾਂ ਦੀ ਲਾਜ ਆਪ ਰੱਖਣੀ ਹੈ। ਜੋ ਕਹਿ ਉਨਕੇ ਨਾਮ ਸੁਨਾਇਓ। ਇਹ ਤਾਂ ਜਿਹੜੇ ਬਾਕੀ ਸਿੰਘ ਸੀ ਉਹਨਾਂ ਦਾ ਕੱਲੇ ਕੱਲੇ ਦਾ ਨਾਂ ਬਾਬਾ ਬੰਦਾ ਸਿੰਘ ਜੀ ਨੇ ਲੈ ਕੇ ਸੁਣਾਇਆ। ਤੋ ਉਨਕੋ ਮਨ ਠੀਕ ਪਰਤਿਆਇਓ। ਸਾਰਿਆਂ ਦਾ ਮਨ ਪਤੀਜ ਗਿਆ ਵੀ ਹਾਂ ਇਹ ਉਹੀ ਬੰਦਾ ਹੈ ਜਿਹੜਾ ਸੂਬੇ ਸਰਹੰਦ ਨੂੰ ਮਾਰ ਕੇ ਉਹਦਾ ਮੁਰਦਾ ਰੋਲੇਗਾ। ਮਾਲੀ ਆਲੀ ਸਿੰਘ ਬੰਦੇ ਕਈ। ਆਲੀ ਸਿੰਘ ਤੇ ਮਾਲੀ ਸਿੰਘ ਜੀ ਕਹਿਣ ਲੱਗੇ, ਉਨ ਮੈਂ ਤੁਮ ਮੈਂ ਭੇਦੋ ਨਹੀਂ। ਆਖਿਆ ਬਾਬਾ ਜੀ ਕਲਗੀਧਰ ਜੀ ਨੇ ਤੁਹਾਡੇ ਸਿਰ ਤੇ ਹੱਥ ਰੱਖ ਕੇ ਖਾਲਸੇ 'ਚ ਤੁਹਾਨੂੰ ਰਲਾ ਲਿਆ ਤੇ ਖਾਲਸੇ ਵਿੱਚ ਤਾਂ ਗੁਰੂ ਸਾਹਿਬ ਵਿੱਚ ਤਾਂ ਕੋਈ ਭੇਦ ਨਹੀਂ ਹੈ। ਹਾਂਜੀ, ਅਬੇ ਕਾਏ ਕੋ ਦੇਰ ਲਗਾਈ। ਹੁਣ ਤੁਸੀਂ ਇਹ ਦੇਰ ਕਾਹਨੂੰ ਲਾਈ, ਇੱਥੇ ਬੈਠੇ ਹੋ, ਇਹ ਦੇਰ ਕਿਸ ਗੱਲ ਦੀ ਹੈ? ਕਰੋ ਕਾਰ ਕਰਨ ਆਏ ਜਾਈ। ਕਰੀਏ ਉਹ ਕੰਮ ਜਿਹੜਾ ਕਰਨ ਆਏ ਹੋ, ਫਿਰ ਤੁਸੀਂ ਚੱਲੀਏ ਆਪਾਂ ਕਰੀਏ ਉਹ ਕਾਰਜ ਜਿਸ ਕਾਰਜ ਨੂੰ ਕਰਨ ਆਏ ਹੋ। ਫਿਰ ਬੰਦੋ ਉਨ ਸੋ ਕਈ। ਬਾਬਾ ਬੰਦਾ ਸਿੰਘ ਜੀ ਅੱਗੋਂ ਬੋਲੇ, ਸਿੰਘ ਆਵਤ ਐ ਮਿਲਨੇ ਕਈ। ਆਖਿਆ ਆਲੀ ਸਿੰਘ ਜੀ ਜਿਵੇਂ ਤੁਸੀਂ ਆ ਕੇ ਮਿਲੇ ਹੋ ਏਦਾਂ ਹੋਰ ਵੀ ਸਿੰਘ ਆ ਰਹੇ ਨੇ,
ਹੋਰ ਵੀ ਆ ਕੇ ਸਿੰਘ ਮਿਲ ਰਹੇ ਨੇ। उनको चाहिए संग रलाई, ਅਸੀਂ ਉਡੀਕਦੇ ਹਾਂ ਉਹਨਾਂ ਸਾਰੇ ਸਿੰਘਾਂ ਨੂੰ ਨਾਲ ਰਲਾ ਕੇ ਇਕੱਠੇ ਹੋਈਏ। इम करके हम देर लगाए, ਇਸ ਕਰਕੇ ਦੇਰ ਲੱਗ ਰਹੀ ਹੈ। ਇਸ ਕਰਕੇ ਦੇਰੀ ਦਾ ਕਾਰਨ ਹੈ जिन पे अगे चिट्ठे थे गए, ਜਿਨ੍ਹਾਂ ਕੋਲ ਪਹਿਲਾਂ ਚਿੱਠੀਆਂ ਗਈਆਂ ਸਨ सो अब आवत दूरों ਉਹ तय, ਦੂਰੋਂ ਆ ਰਹੇ ਨੇ। ਚੱਲ ਕੇ ਆਉਣ ਤੇ ਸਮਾਂ ਤਾਂ ਲੱਗੇਗਾ। दोहरा उनके दिल की हम बुझे, वह चाहे फतेह लई आप। ਕਹਿੰਦੇ ਉਹਨਾਂ ਦੇ ਦਿਲਾਂ ਦੀ ਅਸੀਂ ਬੁੱਝਦੇ ਆਂ। ਉਹ ਸਿੰਘ ਕਹਿੰਦੇ ਆ ਵੀ ਅਸੀਂ ਆਪ ਆਈਏ ਨਾਲ, ਇਕੱਠੇ ਹੋ ਕੇ ਲੜੀਏ ਵੈਰੀਆਂ ਦੇ ਨਾਲ ਤੇ ਸੂਬੇ ਸਰਹੰਦ ਦੀ ਫਤਿਹ ਵਿੱਚ। ਜਦੋਂ ਸਰਹੰਦ ਫਤਿਹ ਕਰਨਾ ਤਾਂ ਉਸ ਫਤਿਹ ਵਿੱਚ ਸਾਡਾ ਵੀ ਹਿੱਸਾ ਹੋਵੇ ਤੇ ਅਸੀਂ ਆਖੀਏ ਅਸੀਂ ਸਮੁੱਚੇ ਖਾਲਸੇ ਨੇ ਰਲ ਕੇ ਫਤਿਹ ਪ੍ਰਾਪਤ ਕੀਤੀ। ਇਹ ਇੱਛਾ ਉਹਨਾਂ ਸਿੰਘਾਂ ਦੇ ਦਿਲਾਂ ਵਿੱਚ ਵੀ ਹੈ। ਇਸ ਕਰਕੇ ਉਹਨਾਂ ਨੂੰ ਉਡੀਕਦੇ ਹਾਂ। दक्षिण पूरब पश्चिमो पर्वत आए थाप, ਦੱਖਣ ਪੂਰਬ ਪੱਛਮ ਤੇ ਪਹਾੜ ਵਾਲੇ ਪਾਸਿਓਂ ਆ ਰਹੇ ਹਨ। चौपाई तोलो मालवेओ खालसो आयो, ਇਹਨੇ ਨੂੰ ਮਾਲਵੇ ਤੋਂ ਕਈ ਸਿੰਘ ਪਹੁੰਚ ਗਏ ਇਕੱਠੇ ਹੋ ਕੇ। ਮਾਲਵੇ ਦੇ ਇਲਾਕੇ ਚੋਂ ਆਏ। फतेह सिंह भाई का ले आयो, ਕਹਿੰਦੇ ਫਤਿਹ ਸਿੰਘ ਜਿਹੜਾ ਭਾਈ ਕੇ ਨਗਰ ਦਾ ਰਹਿਣ ਵਾਲਾ ਸੀ। ਇਹ ਭਾਈ ਕੇ ਹਨ, ਗੁਰੂ ਸਾਹਿਬ ਜੀ ਦੇ ਪੁਰਾਤਨ ਪਿਓ ਦਾਦੇ ਇਹਨਾਂ ਦੇ ਗੁਰੂ ਘਰ ਦੇ ਸੇਵਕ ਨੇ। ਇਹ ਆਏ ਆਪਣੇ ਨਾਲ ਸਿੰਘ ਲੈ ਕੇ। करम सिंह रूपे वारे, ਇਧਰ ਭਾਈ ਰੂਪਚੰਦ ਸਾਹਿਬ ਜੀ ਦੀ ਅੰਸ਼ ਵੰਸ਼ ਚੋਂ ਭਾਈ ਕਰਮ ਸਿੰਘ ਜੀ ਵਰਗੇ ਯੋਧੇ ਇਹ ਵੀ ਸ਼ਸਤਰਧਾਰੀ ਹੋ ਕੇ ਆਏ। आए ते पी गुरु प्यारे, ਇਹਨਾਂ ਨਾਲ ਹੋਰ ਵੀ ਕਈ ਗੁਰੂ ਪਿਆਰੇ ਮਾਲਵੇ ਦੇ ਰਹਿਣ ਵਾਲੇ ਮਲਵਈ ਸਿੰਘ ਆਏ। राम तिलोका आप न आए, ਇਹ ਜਿਹੜੇ ਪਟਿਆਲੇ ਦੇ ਰਾਜਿਆਂ ਦੇ ਵਡੇਰੇ ਸੀ ਰਾਮ ਸਿੰਘ ਤੇ ਤਰਲੋਕ ਸਿੰਘ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼੍ਰੀ ਸਾਹਿਬ ਬਖਸ਼ੀ ਸੀ, ਹੁਕਮਨਾਮਾ ਬਖਸ਼ਿਆ ਸੀ। ਇਹ ਆਪ ਨਹੀਂ ਆਏ ਪਰ ਇਹਨਾਂ ਨੇ ਅੱਗੇ ਆਪਣੀ ਸਿਪਾਹੀ ਭੇਜੇ ਖਰਚਾ ਦੇ ਕੇ ਨਾ, ਤਨਖਾਹਾਂ ਦੇ ਕੇ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਫਤਿਹ ਪ੍ਰਾਪਤ ਕਰਨੀ ਹੈ। दे दे खर्च उन भेजे पर आए, ਉਹਨਾਂ ਨੇ ਕੁਝ ਬੰਦੇ ਸਿਪਾਹੀ ਜਿਹੜੇ ਸਨ ਉਹ ਇਕੱਠੇ ਕੀਤੇ, ਉਹਨਾਂ ਨੂੰ ਤਨਖਾਹ ਆਪਣੇ ਪੱਲਿਓਂ ਦਿੱਤੀ। ਕਿਸੇ ਨੂੰ ਮਹੀਨੇ ਦੀ, ਕਿਸੇ ਨੂੰ 2-2 4-4 ਮਹੀਨਿਆਂ ਦੀ, ਵੀ ਤੁਸੀਂ ਬੰਦੇ ਬਹਾਦਰ ਕੋਲੋਂ ਤਨਖਾਹ ਨਹੀਂ ਲੈਣੀ, ਤਨਖਾਹ ਅਸੀਂ ਤੁਹਾਨੂੰ ਦੇਵਾਂਗੇ, ਤੁਸੀਂ ਲੜਨਾ ਉਹਨਾਂ ਦੇ ਨਾਲ ਜਾ ਕੇ ਰਲ ਕੇ ਵੈਰੀਆਂ ਨਾਲ। ਏਦਾਂ ਰਾਮ ਸਿੰਘ ਤਰਲੋਕ ਸਿੰਘ ਨੇ ਆਪਣੀਆਂ ਫੌਜਾਂ ਭੇਜੀਆਂ, ਸਿਪਾਹੀ ਭੇਜੇ ਆਪਣੇ ਕੋਲੋਂ ਖਰਚਾ ਦੇ ਕੇ। महराज वाले किछ लुटने आए, ਆ ਮਹਾਰਾਜ ਨਗਰ ਹੈ, ਇਹ ਵੀ ਪਟਿਆਲੇ ਦੇ ਵਡੇਰਿਆਂ ਦਾ ਰਾਜ ਨਗਰ ਹੈ। ਤੋ ਬਾਬੇ ਫੂਲ ਦਾ ਵਸਾਏ ਹੋਏ ਨਗਰ, ਉਹਦੇ ਵਿੱਚੋਂ ਕਈ ਲੁੱਟਣ ਦੀ ਬਿਰਤੀ ਲੈ ਕੇ ਕਿ ਜਦੋਂ ਹਮਲਾ ਹੋਵੇਗਾ ਸਰਹੰਦ ਤੇ ਜਾਂ ਹੋਰ ਨਗਰਾਂ ਤੇ ਸਮਾਣੇ ਤੇ ਉੱਥੇ ਲੁੱਟ ਮਾਫ ਲਵਾਂਗੇ, ਅਸੀਂ ਤਨਖਾਹ ਨਹੀਂ ਲੈਣੀ। ਅਸੀਂ ਕਹਾਂਗੇ ਵੀ ਸਾਨੂੰ ਲੁੱਟ ਮਾਫ ਕਰ ਦਿਓ ਜੇ ਜਿੱਥੇ ਵੀ ਉੱਥੇ ਲੁੱਟ ਹੋਵੇਗੀ। ਉਹ ਲੁੱਟਣ ਦੀ ਬਿਰਤੀ ਲੈ ਕੇ ਵੀ ਕਈ ਆਏ। फूल पुत्रन तो खर्च लेता ਜਿਹੜੇ है, ਬਾਬੇ ਫੂਲ ਦੇ ਅੱਗੋਂ ਪੁੱਤਰ ਸਨ ਉਹਨਾਂ ਦੀ ਅੰਸ਼ ਵੰਸ਼ ਚੋਂ ਉਹਨਾਂ ਦੇ ਕੋਲੋਂ ਖਰਚਾ ਲੈ ਕੇ ਆਏ। कोट कपूरिए आए न कोई, ਬਾਕੀ ਮਾਲਵੇ ਦੇ ਸਾਰੇ ਪਹੁੰਚੇ, ਚਾਹੇ ਉਹ ਭਾਈ ਕੇ ਸਨ, ਚਾਹੇ ਉਹ ਰੂਪੇ ਭਾਈ ਕੇ ਸਨ, ਭਾਈ ਭਗਤੂ ਕੇ ਸਨ, ਜਾਂ ਇੱਧਰ ਇਹ ਰਾਮ ਸਿੰਘ ਤਰਲੋਕ ਸਿੰਘ ਤੇ ਫੂਲ ਕੇ ਸਨ, ਇਹ ਸਭ ਆਏ। ਪਰ ਕੋਟ ਕਪੂਰੀਆਂ ਵਿੱਚੋਂ ਨਹੀਂ ਕੋਈ ਆਇਆ। ਕਪੂਰਾ ਕਤੂਰਾ ਕਿਹਾ ਸੀ ਨਾ ਸਤਿਗੁਰਾਂ ਨੇ, ਉਹਨਾਂ ਦੇ ਵਿੱਚੋਂ ਨਹੀਂ ਕੋਈ ਚੱਲ ਕੇ ਆਇਆ। ਉਹਦੇ ਭਾਗ ਮਾੜੇ ਵੀ ਹੁਣ ਵੀ ਆ ਕੇ ਸੇਵਾ ਨਹੀਂ ਕਰ ਸਕੇ। इमरियो कपूरे खाली तोई, ਏਦਾਂ ਜਿਹੜੇ ਕਪੂਰੇ ਦੇ ਭਾਈ ਬੰਧੂ ਸੀ ਨਾ, ਉਹ ਸਾਰੇ ਖਾਲੀ ਰਹਿ ਗਏ। ਉਹ ਨਹੀਂ ਆ ਸਕੇ ਸੇਵਾ ਵਿੱਚ। ਉਹ ਪੰਥ ਦੀ ਮਦਦ ਵਾਸਤੇ, ਖਾਲਸੇ ਦੀ ਮਦਦ ਵਾਸਤੇ, ਸਰਹੰਦ ਫਤਿਹ ਕਰਨ ਵਾਸਤੇ ਨਹੀਂ ਆਏ। ਉਹਨਾਂ ਦੇ ਮਨ 'ਚ ਇਹ ਸੀ ਕਿ ਅਸੀਂ ਸਰਹੰਦ ਦੇ ਅਧੀਨ ਹਾਂ, ਸਰਹੰਦ ਤੇ ਹਮਲਾ ਕਿਵੇਂ ਕਰਾਂਗੇ, ਉਹਨਾਂ ਦੇ ਖਿਲਾਫ ਕਿਵੇਂ ਲੜਾਂਗੇ। ਏਦਾਂ ਦੀ ਬਿਰਤੀ ਧਾਰਨ ਕਰਕੇ ਆਪਣਾ ਆਪ ਬਚਾਉਣ ਵਾਸਤੇ ਨਹੀਂ ਆਏ। ਪਰ ਬਹੁਤ ਸਾਰੇ ਸਿੰਘ ਪਹੁੰਚ ਗਏ। ਮਾਝੇ ਦੇ ਸਿੰਘ ਜਿਹੜੇ ਸਨ ਉਹ ਕੀਰਤਪੁਰ ਸਾਹਿਬ ਆ ਕੇ ਇਕੱਠੇ ਹੋ ਗਏ, ਕੁਝ ਦੁਆਬੇ ਦੇ ਸਿੰਘ ਆ ਕੇ ਇਕੱਠੇ ਹੋ ਗਏ। ਉਹ ਪਹੁੰਚ ਨਹੀਂ ਸਕੇ ਰਸਤੇ ਵਿੱਚ ਸਮੱਸਿਆ ਹੋਣ ਕਾਰਨ। ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੇਖਿਆ ਕਿ ਜਦੋਂ ਫੌਜ ਇਕੱਠੀ ਹੋ ਗਈ ਹੈ, ਉਸ ਫੌਜ ਨੂੰ ਨਾਲ ਲੈ ਕੇ
ਬਹੁਤ ਸਾਰੇ ਧਾੜਵੀ ਵੀ ਜਿਹੜੇ ਸਨ ਉਹ ਬਾਬਾ ਜੀ ਦੀ ਫੌਜ ਵਿੱਚ ਆ, ਇੱਕ ਤਾਂ ਸਿੰਘ ਸਨ, ਇੱਕ ਕੇਵਲ ਧਾੜਵੀ ਬਿਰਤੀ ਰੱਖ ਕੇ ਵੀ ਜਿਹੜੇ ਇਹ ਸੋਚਦੇ ਸਨ ਵੀ ਅਸੀਂ ਜਾ ਕੇ ਲੁੱਟਣਾ ਹੀ ਹੈ, ਉਹ ਬਿਰਤੀ ਵਾਲੇ ਵੀ ਬਹੁਤ ਸਾਰੇ ਨਾਲ ਆ ਰਲੇ ਸਨ। ਸਮਾਣੇ ਵਾਲੇ ਪਾਸੇ ਬਾਬਾ ਜੀ ਨੇ ਮੁੱਖ ਕੀਤਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਗੁਰੂ ਪੰਥ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਪੀਓ ਅਣਿਹਾਰ ਹੈ ਸੰਤਹ ਕੈ ਸਦਾ ਸੰਗ ਧਾਰਾਇਆਧਾਰ ਹੈ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਓ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਓ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।